ਸੋ ਪਿਆਰੇ ਵਿਦਿਆਰਥੀਓ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪ੍ਰਭ ਬੈਸਟ ਐਵਰੀਥਿੰਗ ਵਿੱਚ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਪਿਊਟਰ ਸਾਇੰਸ ਵਿਸ਼ੇ ਚੈਪਟਰ ਨੰਬਰ 1 ਕਲਾਸ 11th ਦੀ, ਜਿਸ ਦਾ ਨਾਮ ਹੈ HTML ਅਤੇ CSS ਨਾਲ ਵੈਬ ਡਿਜ਼ਾਈਨਿੰਗ। ਤੋਂ ਭਾਵ ਕਿ HTML ਲੈਂਗੁਏਜ ਦੀ ਅਸੀਂ ਗੱਲ ਕਰਾਂਗੇ ਅਤੇ ਇਸ ਦੇ ਨਾਲ ਅਸੀਂ CSS, ਜਿਹਨੂੰ ਅਸੀਂ ਕਾਸਕੇਡਿੰਗ ਸਟਾਈਲ ਸ਼ੀਟ ਬੋਲਦੇ ਹਾਂ, ਉਸ ਦੀ ਅਸੀਂ ਗੱਲ ਕਰਾਂਗੇ। ਸੋ ਵਿਦਿਆਰਥੀਓ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ HTML, ਜਿਸ ਦਾ ਪੂਰਾ ਨਾਮ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਹੈ, ਇਸ ਲੈਂਗੁਏਜ ਨੂੰ ਤੁਸੀਂ 10ਵੀਂ ਜਮਾਤ ਦੇ ਵਿੱਚ ਕਾਫੀ ਚੰਗੀ ਤਰ੍ਹਾਂ ਪੜ੍ਹਿਆ ਸੀ। HTML ਲੈਂਗੁਏਜ ਤੋਂ ਭਾਵ ਕਿ ਇੱਕ ਇਸ ਤਰ੍ਹਾਂ ਦੀ ਲੈਂਗੁਏਜ, ਇੱਕ ਇਸ ਤਰ੍ਹਾਂ ਦੇ ਕੋਡ ਜਾਂ ਗਰੁੱਪ ਆਫ ਟੈਗਸ ਜਿਨ੍ਹਾਂ ਨੂੰ ਅਸੀਂ ਯੂਜ਼ ਕਰਦੇ ਹਾਂ ਵੱਖ-ਵੱਖ ਤਰ੍ਹਾਂ ਦੀਆਂ ਵੈਬਸਾਈਟਸ ਨੂੰ ਬਣਾਉਣ ਲਈ ਜਾਂ ਵੱਖ-ਵੱਖ ਤਰ੍ਹਾਂ ਦੇ ਵੈਬ ਪੇਜ ਬਣਾਉਣ ਲਈ ਅਤੇ ਉਹਨਾਂ ਨੂੰ ਆਪਸ ਵਿੱਚ ਕੰਬਾਈਨ ਕਰਨ ਲਈ। ਅਤੇ CSS ਤੋਂ ਭਾਵ ਕਾਸਕੇਡਿੰਗ ਸਟਾਈਲ ਸ਼ੀਟ। ਅਸੀਂ CSS ਦੀ ਵਰਤੋਂ ਕਰਕੇ HTML ਵਿੱਚ ਬਣੇ ਹੋਏ ਜੋ ਵੀ ਤੁਹਾਡੇ ਵੈਬ ਪੇਜ ਹੁੰਦੇ ਨੇ, ਤੁਸੀਂ ਉਹਨਾਂ ਦੀ ਲੇਆਊਟ ਨੂੰ ਹੋਰ ਵੀ ਵਧੀਆ ਫਾਰਮੈਟਿੰਗ ਕਰ ਸਕਦੇ ਹੋ, ਉਹਨਾਂ ਨੂੰ ਹੋਰ ਵੀ ਵਧੀਆ ਸਟਾਈਲ ਦੇ ਸਕਦੇ ਹੋ। ਸੋ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਪ੍ਰਭ ਬੈਸਟ ਐਵਰੀਥਿੰਗ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਜੋ ਬੈਲ ਆਈਕਨ ਹੈ ਉਸ ਨੂੰ ਵੀ ਦਬਾ ਦਿਓ, ਤਾਂ ਜੋ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਉਹ ਤੁਹਾਨੂੰ ਉਹਨਾਂ ਦੇ ਨੋਟੀਫਿਕੇਸ਼ਨ ਮਿਲ ਸਕਣ ਅਤੇ ਤੁਸੀਂ ਆਪਣੇ ਸਿਲੇਬਸ ਦੀ, ਆਪਣੀ ਸਟੱਡੀ ਦੀ ਤਿਆਰੀ ਕਰ ਸਕੋ। ਅੱਗੋਂ ਅਸੀਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਸਾਡਾ ਚੈਪਟਰ ਨੰਬਰ 1 ਦਾ ਟੌਪਿਕ ਹੈ ਕਿ ਵਧੀਆ ਵੈਬਸਾਈਟ ਕੀ ਹੁੰਦੀ ਹੈ। ਮਤਲਬ ਕਿ ਜੋ ਵੀ ਤੁਸੀਂ ਵੈਬਸਾਈਟ ਤਿਆਰ ਕਰਦੇ ਹੋ, ਉਸ ਦਾ ਵਧੀਆ ਤੋਂ ਵਧੀਆ ਡਿਜ਼ਾਈਨ ਕੀ ਹੋਵੇ, ਉਹ ਕਿਸ ਤਰ੍ਹਾਂ ਦੀ ਹੋਵੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਪੇਜ ਦਾ ਕੰਟੈਂਟ। ਤੁਸੀਂ ਜੋ ਵੀ ਆਪਣੀ ਸਾਈਟ ਉੱਤੇ ਲਿਖਿਆ ਹੋਇਆ ਹੈ, ਜੋ ਉਸ ਦਾ ਟੈਕਸਟ ਹੈ ਜਾਂ ਜੋ ਵੀ ਸਮੱਗਰੀ ਤੁਸੀਂ ਆਪਣੀ ਸਾਈਟ ਉੱਤੇ ਐਡ ਕੀਤੀ ਹੋਈ ਹੈ, ਉਹ ਬਿਲਕੁਲ ਹੀ ਵਧੀਆ ਹੋਣੀ ਚਾਹੀਦੀ ਹੈ। ਉਦਾਹਰਨ ਦੇ ਤੌਰ 'ਤੇ ਤੁਸੀਂ ਕੁਝ ਇਨਫੋਰਮੇਸ਼ਨ ਐਡ ਕੀਤੀ ਹੋਈ ਹੈ, ਜੋ ਵੀ ਤੁਸੀਂ ਟਾਈਪ ਕੀਤਾ ਹੋਇਆ ਹੈ ਉਹਨਾਂ ਦੇ ਸਪੈਲਿੰਗ ਜੋ ਨੇ ਜਾਂ ਜੋ ਉਹਨਾਂ ਦੀ ਗ੍ਰਾਮਰ ਹੈ ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਉਹਨਾਂ ਦੀ ਜੋ ਫਾਰਮੈਟਿੰਗ ਹੈ ਉਹ ਵਧੀਆ ਹੋਣੀ ਚਾਹੀਦੀ ਹੈ। ਜਿਸ ਕੰਪਨੀ ਦੇ ਬਾਰੇ ਤੁਸੀਂ ਵੈਬਸਾਈਟ ਬਣਾ ਰਹੇ ਹੋ, ਉਸ ਕੰਪਨੀ ਦੇ ਜੋ ਵੀ ਸੰਪਰਕ ਵੇਰਵੇ ਨੇ ਉਹ ਤੁਹਾਡੀ ਸਾਈਟ ਦੇ ਉੱਪਰ ਐਡ ਹੋਣੇ ਚਾਹੀਦੇ ਨੇ ਕਿ ਯੂਜ਼ਰ ਨੂੰ ਲੋੜ ਪੈਣ 'ਤੇ ਉਹਨਾਂ ਨੂੰ ਯੂਜ਼ ਕਰ ਸਕੇ, ਉਹਨਾਂ ਨਾਲ ਕੰਟੈਕਟ ਕਰ ਸਕੇ। ਜਾਂ ਹੋਰ ਤੁਸੀਂ ਕਾਫੀ ਐਲੀਮੈਂਟਸ ਜਿਹੜੇ ਐਡ ਕਰਦੇ ਹੋ, ਲਾਈਕ ਤੁਹਾਡੀਆਂ ਵੀਡੀਓਜ਼ ਨੇ, ਤੁਸੀਂ ਕੁਝ ਪਿਕਚਰਸ ਐਡ ਕੀਤੀਆਂ ਨੇ, ਹੋਰ ਵੀ ਕੁਝ ਆਡੀਓ ਫਾਈਲਸ ਨੇ, ਉਹਨਾਂ ਦਾ ਜੋ ਫਾਰਮੈਟ ਹੈ ਉਹ ਸਹੀ ਹੋਣਾ ਚਾਹੀਦਾ ਹੈ ਅਤੇ ਉਹ ਇਸ ਤਰ੍ਹਾਂ ਦੀਆਂ ਹੋਣ ਜਿਹੜੀਆਂ ਬਾਕੀ ਡਿਵਾਈਸਿਸ ਦੇ ਨਾਲ ਕੰਪੈਟੇਬਲ ਹੋਣ। ਯਾਨੀ ਕਿ ਤੁਹਾਡਾ ਜਿੰਨਾ ਵੀ ਕੰਟੈਂਟ ਹੈ ਉਹ ਬਿਲਕੁਲ ਵਧੀਆ ਹੋਣਾ ਚਾਹੀਦਾ ਹੈ ਅਤੇ ਉਹ ਇੱਕ ਸਿਸਟਮੈਟਿਕ ਵੇ ਦੇ ਨਾਲ ਤੁਹਾਡੀ ਸਾਈਟ ਉੱਤੇ ਸਟੋਰ ਹੋਣਾ ਚਾਹੀਦਾ ਹੈ। ਅੱਗੇ ਜੋ ਸਾਈਟ ਦਾ ਨੈਕਸਟ ਜੋ ਪੁਆਇੰਟ ਹੈ ਕਿ ਸਾਈਟ ਦਾ ਡਿਜ਼ਾਈਨ ਕੀ ਹੋਵੇ। ਵਧੀਆ ਵੈਬਸਾਈਟ ਆਪਣੇ ਆਪ ਵਿੱਚ ਤਾਂ ਹੀ ਵਧੀਆ ਹੋਏਗੀ ਜੇ ਉਹ ਲੁੱਕ ਵਾਈਜ਼ ਜਾਂ ਉਹ ਡਿਜ਼ਾਈਨ ਵਾਈਜ਼ ਵਧੀਆ ਹੋਵੇ। ਜਦੋਂ ਵੀ ਯੂਜ਼ਰ ਤੁਹਾਡੀ ਸਾਈਟ ਉੱਤੇ ਫਸਟ ਟਾਈਮ ਵਿਜ਼ਿਟ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਤੁਹਾਡੀ ਸਾਈਟ ਦੀ ਲੇਆਊਟ ਨੂੰ ਦੇਖਦਾ ਹੈ। ਅਗਰ ਤਾਂ ਤੁਹਾਡੀ ਸਾਈਟ ਦੀ ਲੇਆਊਟ ਵਧੀਆ ਲੱਗਦੀ ਹੈ, ਉਹ ਤੁਹਾਡੀ ਸਾਈਟ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਖੋਲ੍ਹ ਕੇ ਦੇਖ ਸਕਦਾ ਹੈ। ਪਰ ਜੇ ਤੁਹਾਡੀ ਸਾਈਟ ਦਾ ਡਿਜ਼ਾਈਨ ਹੀ ਵਧੀਆ ਨਾ ਹੋਵੇ, ਜੋ ਇਨਫੋਰਮੇਸ਼ਨ ਯੂਜ਼ਰ ਗੈਟ ਕਰਨੀ ਚਾਹੁੰਦਾ ਹੈ ਉਹ ਇਨਫੋਰਮੇਸ਼ਨ ਹੀ ਉਸ ਨੂੰ ਸਹੀ ਤਰੀਕੇ ਨਾਲ ਨਾ ਦਿਖਾਈ ਜਾਵੇ, ਤਾਂ ਯੂਜ਼ਰ ਦਾ ਤੁਹਾਡੀ ਸਾਈਟ ਵਿੱਚ ਕੋਈ ਇੰਟਰਸਟ ਨਹੀਂ ਹੋਏਗਾ। ਇਸ ਲਈ ਵਧੀਆ ਸਾਈਟ ਦਾ ਜੋ ਦੂਜਾ ਪੁਆਇੰਟ ਹੈ ਕਿ ਉਸ ਦਾ ਡਿਜ਼ਾਈਨ ਵੀ ਵਧੀਆ ਹੋਣਾ ਚਾਹੀਦਾ ਹੈ। ਥਰਡ ਜੋ ਪੁਆਇੰਟ ਹੈ ਕਿ ਤੁਹਾਡੀ ਸਾਈਟ ਦੀ ਫੰਕਸ਼ਨੈਲਿਟੀ ਕਿੱਦਾਂ ਦੀ ਹੋਣੀ ਚਾਹੀਦੀ ਹੈ। ਤੁਹਾਡੀ ਜੋ ਤੁਸੀਂ ਵੈਬਸਾਈਟ ਨੂੰ ਤਿਆਰ ਕੀਤਾ ਹੈ ਉਸ ਦੀ ਕਾਰਜਸ਼ੀਲਤਾ ਕਿਸ ਤਰ੍ਹਾਂ ਦੀ ਹੋਵੇ ਕਿ ਜਿਸ ਕੰਮ ਲਈ ਤੁਸੀਂ ਸਾਈਟ ਨੂੰ ਬਣਾਇਆ ਹੈ ਕਿ ਉਹ ਸਾਰਾ ਕੰਮ ਪੂਰੀ ਤਰ੍ਹਾਂ ਕਰ ਰਹੀ ਹੈ। ਤੁਹਾਡੀ ਸਾਈਟ ਦੇ ਉੱਤੇ ਜਿੰਨੇ ਵੀ ਵੈਬ ਪੇਜ ਅਟੈਚ ਨੇ ਜਾਂ ਇੱਕ ਹੋ ਸਕਦਾ, ਇੱਕ ਤੋਂ ਜ਼ਿਆਦਾ ਹੋ ਸਕਦੇ ਹਨ, ਵੱਖ-ਵੱਖ ਪੇਜਾਂ ਦਾ ਗਰੁੱਪ ਹੋ ਸਕਦਾ, ਉਹਨਾਂ ਨੂੰ ਓਪਨ ਹੋਣ ਦੇ ਵਿੱਚ ਤੁਹਾਡੀ ਸਾਈਟ ਕਿੰਨਾ ਸਮਾਂ ਲੈ ਰਹੀ ਹੈ। ਕਿਤੇ ਇਹ ਤਾਂ ਨਹੀਂ ਕਿ ਤੁਸੀਂ ਆਪਣੀ ਸਾਈਟ ਦੇ ਉੱਤੇ ਜ਼ਿਆਦਾ ਪਿਕਚਰਸ ਜਾਂ ਜ਼ਿਆਦਾ ਵੀਡੀਓਜ਼ ਨੂੰ ਐਡ ਕਰ ਦਿੱਤਾ ਤਾਂ ਜੋ ਕਿਸੇ ਯੂਜ਼ਰ ਦੇ ਸਿਸਟਮ ਦੇ ਉੱਤੇ ਖੁੱਲ੍ਹਣ ਲਈ ਉਹ ਜ਼ਿਆਦਾ ਸਮਾਂ ਲਵੇ ਜਾਂ ਕਿਸੇ ਹੋਰ ਸਿਸਟਮ ਦੇ ਨਾਲ ਉਹ ਤੁਹਾਡੀਆਂ ਫਾਈਲਸ ਜੋ ਨੇ ਉਹ ਕੰਪੈਟੀਬਲ ਨਾ ਹੋਣ। ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਕਿਸੇ ਸਾਈਟ ਦੀ ਕਾਰਜਸ਼ੀਲਤਾ ਨੂੰ ਡਿਸਾਈਡ ਕਰਦੇ ਹਾਂ ਕਿ ਉਹ ਸਾਡੀ ਜੋ ਸਾਈਟ ਅਸੀਂ ਤਿਆਰ ਕੀਤੀ ਹੈ, ਜਿਸ ਕੰਮ ਲਈ ਤਿਆਰ ਕੀਤੀ ਹੈ, ਕਿ ਉਹ ਸਾਈਟ ਉਸ ਕੰਮ ਨੂੰ ਪੂਰਾ ਕਰ ਰਹੀ ਹੈ ਜਾਂ ਨਹੀਂ। ਅਗਲਾ ਜੋ ਪੁਆਇੰਟ ਹੈ ਉਹ ਹੈ ਕਿ ਜਿੰਨੇ ਵੀ ਤੁਸੀਂ ਵੈਬ ਪੇਜ ਇੱਕ ਸਾਈਟ ਵਿੱਚ ਐਡ ਕੀਤੇ ਨੇ ਉਹਨਾਂ ਦੀ ਆਪਸ ਵਿੱਚ ਕਨੈਕਟੀਵਿਟੀ ਕਿਸ ਤਰ੍ਹਾਂ ਦੀ ਹੈ।
ਵੈਬ ਪੇਜਾਂ ਦੀ ਆਪਸ ਵਿੱਚ ਜਿਹੜੀ ਕਨੈਕਟੀਵਿਟੀ ਹੈ ਉਹ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਿ ਤੁਹਾਡੇ ਹੋਮ ਪੇਜ ਦੇ ਉੱਪਰ ਸਾਰੇ ਹੀ ਉਹ ਲਿੰਕ ਅਵੇਲੇਬਲ ਹੋਣ, ਜਿਨ੍ਹਾਂ ਦੇ ਉੱਪਰ ਕਲਿੱਕ ਕਰਕੇ, ਜਿਨ੍ਹਾਂ ਦੇ ਉੱਪਰ ਵਿਜ਼ਿਟ ਕਰਕੇ ਜੋ ਯੂਜ਼ਰ ਹੈ ਉਹ ਤੁਹਾਡੇ ਵੱਖ-ਵੱਖ ਪੇਜਾਂ ਦੇ ਉੱਤੇ ਜਾ ਸਕੇ ਅਤੇ ਉਹਨਾਂ ਤੋਂ ਵਾਪਸ ਤੁਹਾਡੇ ਹੋਮ ਪੇਜ ਉੱਪਰ ਆ ਸਕੇ। ਯਾਨੀ ਕਿ ਜਿੰਨੇ ਵੀ ਤੁਸੀਂ ਵੈਬ ਪੇਜ ਇੱਕ ਸਾਈਟ ਵਿੱਚ ਐਡ ਕੀਤੇ ਹਨ ਉਹਨਾਂ ਦੀ ਕਨੈਕਟੀਵਿਟੀ ਆਪਸ ਵਿੱਚ ਹੋਣੀ ਚਾਹੀਦੀ ਹੈ। ਸੋ ਇਹ ਕੁਝ ਗੱਲਾਂ ਨੇ ਜਿਹੜੀਆਂ ਡਿਸਾਈਡ ਕਰਦੀਆਂ ਨੇ ਕਿ ਸਾਡੀ ਸਾਈਟ ਦਾ ਜੋ ਡਿਜ਼ਾਈਨ ਹੈ, ਜੋ ਤੁਸੀਂ ਵੈਬਸਾਈਟ ਤਿਆਰ ਕੀਤੀ ਹੈ ਉਹ ਕਿੰਨੀ ਕੁ ਵਧੀਆ ਹੈ। ਅਗਰ ਤੁਹਾਡੀ ਵੈਬਸਾਈਟ, ਤੁਹਾਡੀ ਤਿਆਰ ਕੀਤੀ ਹੋਈ ਵੈਬਸਾਈਟ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ ਤਾਂ ਯੂਜ਼ਰ ਉਸ 'ਤੇ ਬਾਰ-ਬਾਰ ਵਿਜ਼ਿਟ ਕਰੇਗਾ ਅਤੇ ਆਪਣੀ ਜਾਣਕਾਰੀ ਨੂੰ ਪ੍ਰਾਪਤ ਕਰ ਸਕੇਗਾ। ਅੱਗੇ ਗੱਲ ਕਰਦੇ ਹਾਂ ਕਿ ਕਿਸੇ ਵੈਬਸਾਈਟ ਨੂੰ ਡਿਵੈਲਪ ਕਰਨ ਲਈ ਉਹ ਕਿਹੜੇ-ਕਿਹੜੇ ਸਟੈਪ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਅਸੀਂ ਆਪਣੀ ਵੈਬਸਾਈਟ ਨੂੰ ਤਿਆਰ ਕਰਦੇ ਹਾਂ। ਨੰਬਰ 1 ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਸਾਈਟ ਦਾ, ਤੁਹਾਡੀ ਜੋ ਵੈਬਸਾਈਟ ਹੈ ਉਸ ਦਾ ਟੀਚਾ ਕੀ ਹੈ। ਤੁਸੀਂ ਆਪਣੀ ਵੈਬਸਾਈਟ ਨੂੰ ਕਿਸ ਕੰਮ ਲਈ ਤਿਆਰ ਕਰਨਾ ਚਾਹੁੰਦੇ ਹੋ। ਉਹ ਤੁਹਾਡੀ ਜੋ ਵੈਬਸਾਈਟ ਹੈ ਤੁਸੀਂ ਉਸ ਦਾ ਪਰਪਸ ਕੀ ਰੱਖਿਆ ਹੈ ਕਿ ਉਹ ਕਿਹੜੇ ਕੰਮ ਲਈ ਵੈਬਸਾਈਟ ਹੋਵੇ। ਉਦਾਹਰਨ ਦੇ ਤੌਰ 'ਤੇ ਜਿਵੇਂ ਅਸੀਂ ਫੇਸਬੁੱਕ ਦੀ ਗੱਲ ਕਰਦੇ ਹਾਂ ਜਿਹੜੀ ਅੱਜ ਕੱਲ੍ਹ ਕਾਫੀ ਫੇਮਸ ਹੈ, ਉਸ ਦਾ ਮੁੱਖ ਟੀਚਾ ਹੈ ਕਿ ਉਹ ਇੱਕ ਸੋਸ਼ਲ ਨੈਟਵਰਕਿੰਗ ਸਾਈਟ ਹੈ ਜੋ ਵੱਖ-ਵੱਖ ਲੋਕਾਂ ਨੂੰ ਆਪਸ ਵਿੱਚ ਜੋੜਦੀ ਹੈ। ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਦੀ ਗੱਲ ਕਰਦੇ ਹਾਂ। ਉਸ ਵੈਬਸਾਈਟ ਦਾ ਮੁੱਖ ਟੀਚਾ ਹੈ ਕਿ ਉਸ ਉੱਤੇ ਤੁਸੀਂ ਆਪਣੀ ਸਟੱਡੀ ਨਾਲ ਰਿਲੇਟਡ, ਆਪਣੀ ਐਡਮਿਸ਼ਨ ਨਾਲ ਰਿਲੇਟਡ, ਆਪਣੇ ਰਿਜ਼ਲਟ ਨਾਲ ਰਿਲੇਟਡ ਇਨਫੋਰਮੇਸ਼ਨ ਨੂੰ ਗੈਟ ਕਰ ਸਕਦੇ ਹੋ। ਹਰ ਸਾਈਟ ਦਾ ਕੋਈ ਨਾ ਕੋਈ ਟੀਚਾ ਹੁੰਦਾ ਹੈ। ਜਦੋਂ ਵੀ ਤੁਸੀਂ ਸਾਈਟ ਨੂੰ ਬਣਾਉਣ ਲੱਗਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਟੀਚਾ ਡਿਸਾਈਡ ਕਰਨਾ ਪੈਂਦਾ ਹੈ ਕਿ ਤੁਹਾਡੀ ਸਾਈਟ ਬਣਨ ਤੋਂ ਬਾਅਦ ਕੀ ਕੰਮ ਕਰੇ ਜਾਂ ਕਿਸ ਲਈ ਕੰਮ ਕਰੇ। ਇਹ ਸੀ ਤੁਹਾਡਾ ਸਟੈਪ ਨੰਬਰ 1। ਸਟੈਪ ਨੰਬਰ 2 ਤੋਂ ਭਾਵ ਦਰਸ਼ਕਾਂ ਲਈ ਤਿਆਰ ਕਰਨਾ। ਜਦੋਂ ਵੀ ਅਸੀਂ ਸਾਈਟ ਤਿਆਰ ਕਰਦੇ ਹਾਂ ਤਾਂ ਸਾਨੂੰ ਇਹ ਵੀ ਡਿਸਾਈਡ ਕਰਨਾ ਪੈਂਦਾ ਹੈ ਕਿ ਸਾਈਟ 'ਤੇ ਜੋ ਵਿਜ਼ਿਟ ਕਰਨ ਵਾਲੇ ਯੂਜ਼ਰ ਨੇ ਉਹ ਕੌਣ ਨੇ। ਕੀ ਉਹ ਸਟੂਡੈਂਟਸ ਨੇ ਜਿਨ੍ਹਾਂ ਨੇ ਤੁਹਾਡੀ ਸਾਈਟ ਤੋਂ ਇਨਫੋਰਮੇਸ਼ਨ ਨੂੰ ਗੈਟ ਕਰਨਾ ਹੈ। ਕੀ ਉਹ ਵੱਖ-ਵੱਖ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਲੋਕ ਨੇ। ਕੀ ਉਹ ਜ਼ਿਆਦਾ ਬਜ਼ੁਰਗ ਲੋਕ ਨੇ ਜਿਨ੍ਹਾਂ ਨੇ ਤੁਹਾਡੀ ਸਾਈਟ 'ਤੇ ਵਿਜ਼ਿਟ ਕਰਨਾ ਹੈ। ਤੁਸੀਂ ਜਦੋਂ ਵੀ ਸਾਈਟ ਤਿਆਰ ਕਰਦੇ ਹੋ ਤਾਂ ਤੁਹਾਨੂੰ ਦਰਸ਼ਕਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਸਾਈਟ ਨੂੰ ਤਿਆਰ ਕਰਨਾ ਚਾਹੀਦਾ ਹੈ। ਇਹ ਸੀ ਸਾਡਾ ਸਟੈਪ ਨੰਬਰ 2। ਸੋ ਸਾਡਾ ਤੀਜਾ ਜੋ ਸਟੈਪ ਹੈ ਉਹ ਹੈ ਸਾਈਟ ਦੀ ਕੋਡਿੰਗ ਤਿਆਰ ਕਰਨੀ। 4 ਨੰਬਰ ਸਟੈਪ ਦੇ ਵਿੱਚ ਅਸੀਂ ਆਪਣੀ ਸਾਈਟ ਦੇ ਡੋਮੇਨ ਨੇਮ ਦੀ ਚੋਣ ਕਰਦੇ ਹਾਂ ਕਿ ਸਾਡੀ ਸਾਈਟ ਦਾ ਡੋਮੇਨ ਨੇਮ ਕੀ ਹੋਣਾ ਚਾਹੀਦਾ ਹੈ। ਉਦਾਹਰਨ ਦੇ ਤੌਰ 'ਤੇ ਜਿਵੇਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਈਟ ਦਾ ਡੋਮੇਨ ਨੇਮ ਹੈ ਪੰਜਾਬ ਸਕੂਲ ਐਜੂਕੇਸ਼ਨ board.ac.in, ਜਿਹਨੂੰ ਅਸੀਂ ਸ਼ਾਰਟ 'ਚ ਕੀ ਲਿਖਦੇ ਹਾਂ pseb.ac.in, facebook.com, google.com। ਜਿੰਨੀ ਵੀ ਤਰ੍ਹਾਂ ਦੇ ਡੋਮੇਨ ਨੇ ਉੱਦਾਂ ਹੀ ਤੁਹਾਡੀ ਆਪਣੀ ਸਾਈਟ ਦਾ ਇੱਕ ਨਾਮ ਹੋਏਗਾ ਜਿਸ ਨੂੰ ਅਸੀਂ ਉਸਦਾ ਡੋਮੇਨ ਨੇਮ ਬੋਲਾਂਗੇ, ਜਿਸ ਦੀ ਮਦਦ ਦੇ ਨਾਲ ਯੂਜ਼ਰ ਤੁਹਾਡੀ ਸਾਈਟ ਦੇ ਉੱਪਰ ਵਿਜ਼ਿਟ ਕਰ ਸਕਦਾ ਹੈ। ਡੋਮੇਨ ਨੇਮ ਇੱਕ ਯੂਨੀਕ ਹੋਣਾ ਚਾਹੀਦਾ ਹੈ ਜੋ ਹੁਣ ਤੱਕ ਦੀਆਂ ਬਣੀਆਂ ਜਿੰਨੀਆਂ ਵੀ ਵੈਬਸਾਈਟਸ ਅੱਜ ਕੱਲ੍ਹ ਇੰਟਰਨੈਟ 'ਤੇ ਅਵੇਲੇਬਲ ਨੇ ਉਹਨਾਂ ਸਾਰਿਆਂ ਦੇ ਵਿੱਚ ਵਿਲੱਖਣ ਹੋਵੇ। ਯਾਨੀ ਕਿ ਸਾਡਾ 4 ਨੰਬਰ ਸਟੈਪ ਹੈ ਸਾਈਟ ਦੇ ਡੋਮੇਨ ਨੇਮ ਦੀ ਚੋਣ ਕਰਨੀ। ਸਟੈਪ ਨੰਬਰ 5 ਦੇ ਵਿੱਚ ਅਸੀਂ ਚੁਣੇ ਹੋਏ ਆਪਣੇ ਡੋਮੇਨ ਨੇਮ ਨੂੰ ਰਜਿਸਟਰ ਕਰਵਾਉਂਦੇ ਹਾਂ, ਜਿਸ ਦੀ ਕੁਝ ਫੀਸ ਹੁੰਦੀ ਹੈ। ਅਸੀਂ ਉਸ ਫੀਸ ਨੂੰ ਪੇ ਕਰਦੇ ਹਾਂ, ਕੁਝ ਫਾਰਮੈਲਿਟੀਜ਼ ਪੂਰੀਆਂ ਕਰਦੇ ਹਾਂ ਅਤੇ ਸਾਈਟ ਨੂੰ ਰਜਿਸਟਰ ਕਰਵਾ ਲੈਂਦੇ ਹਾਂ। ਫਿਰ ਅਸੀਂ ਡਿਸਾਈਡ ਕਰਦੇ ਹਾਂ ਕਿ ਸਾਡੀ ਸਾਈਟ ਦਾ ਸਰਵਰ ਕਿਹੜਾ ਹੋਵੇ। ਸਰਵਰ ਡਿਸਾਈਡ ਕਰਨ ਤੋਂ ਬਾਅਦ ਅਸੀਂ ਸਟੈਪ ਨੰਬਰ 7 ਦੇ ਵਿੱਚ ਜੋ ਵੀ ਆਪਣਾ ਕੋਡ ਲਿਖਿਆ ਹੁੰਦਾ ਹੈ, ਸਾਡੀ ਸਾਈਟ ਦੀ ਜੋ ਵੀ ਕੋਡਿੰਗ ਹੁੰਦੀ ਹੈ, ਅਸੀਂ ਉਸ ਨੂੰ ਚੈੱਕ ਕਰਦੇ ਹਾਂ। ਚੈੱਕ 2 ਤਰੀਕੇ ਨਾਲ ਹੁੰਦੀ ਹੈ, ਇੱਕ ਆਫਲਾਈਨ ਅਤੇ ਇੱਕ ਆਨਲਾਈਨ। ਸਭ ਤੋਂ ਪਹਿਲਾਂ ਅਸੀਂ ਆਫਲਾਈਨ ਸਾਈਟ ਨੂੰ ਚੈੱਕ ਕਰਦੇ ਹਾਂ ਕਿ ਜਿਸ ਕੰਮ ਲਈ ਸਾਈਟ ਨੂੰ ਬਣਾਇਆ ਗਿਆ ਹੈ ਕੀ ਸਾਡੀ ਸਾਈਟ ਉਹ ਕੰਮ ਪੂਰਾ ਕਰ ਰਹੀ ਹੈ। ਸਾਈਟ ਦੀ ਕੋਡਿੰਗ ਵਿੱਚ ਕੁਝ ਐਰਰਸ ਤਾਂ ਨਹੀਂ, ਅਗਰ ਐਰਰਸ ਹਨ ਤਾਂ ਉਹਨਾਂ ਨੂੰ ਰਿਮੂਵ ਕਰਕੇ ਦੁਬਾਰਾ ਤੋਂ ਟੈਸਟਿੰਗ ਕੀਤੀ ਜਾਂਦੀ ਹੈ। ਫਿਰ ਚੈੱਕ ਕੀਤਾ ਜਾਂਦਾ ਹੈ ਕਿ ਇਸ ਵਿੱਚ ਕੋਈ ਐਰਰਸ ਤਾਂ ਨਹੀਂ, ਅਗਰ ਫਿਰ ਕੋਈ ਐਰਰ ਹੁੰਦੀ ਹੈ ਜਾਂ ਸਾਈਟ ਸਾਡਾ ਸਹੀ ਕੰਮ ਨਹੀਂ ਕਰ ਰਹੀ ਤਾਂ ਦੁਬਾਰਾ ਕੋਡਿੰਗ ਨੂੰ ਠੀਕ ਕਰਕੇ ਐਰਰ ਨੂੰ ਰਿਮੂਵ ਕਰਕੇ ਦੁਬਾਰਾ ਆਫਲਾਈਨ ਟੈਸਟ ਕੀਤਾ ਜਾਂਦਾ ਹੈ। ਅਸੀਂ ਇਹ ਕੰਮ ਉਨੇ ਸਮੇਂ ਤੱਕ ਕਰਦੇ ਹਾਂ ਜਿੰਨੇ ਸਮੇਂ ਤੱਕ ਸਾਡੀ ਸਾਈਟ ਮੁਕੰਮਲ ਤੌਰ 'ਤੇ ਠੀਕ ਨਹੀਂ ਹੋ ਜਾਂਦੀ। ਅਤੇ ਲਾਸਟ ਸਾਡਾ ਜੋ ਸਟੈਪ ਹੈ ਸਾਈਟ ਨੂੰ ਪਬਲਿਸ਼ ਕਰਨਾ ਅਤੇ ਆਨਲਾਈਨ ਟੈਸਟ ਕਰਨਾ, ਜਿਸ ਵਿੱਚ ਅਸੀਂ ਆਨਲਾਈਨ ਵਿਦ ਦਾ ਹੈਲਪ ਆਫ ਇੰਟਰਨੈਟ ਅਸੀਂ ਆਪਣੀ ਸਾਈਟ ਨੂੰ ਚੈੱਕ ਕਰਦੇ ਹਾਂ ਅਤੇ ਆਪਣੇ ਯੂਜ਼ਰ ਲਈ ਪਬਲਿਸ਼ ਕਰ ਦਿੰਦੇ ਹਾਂ। ਇਹ ਕੁਝ ਸਟੈਪ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਇੱਕ ਪੂਰੀ ਦੀ ਪੂਰੀ ਵੈਬਸਾਈਟ ਤਿਆਰ ਹੁੰਦੀ ਹੈ।
ਅੱਗੇ ਇਸ ਚੈਪਟਰ ਦੇ ਮੁੱਖ ਟੌਪਿਕ ਦੀ ਗੱਲ ਕਰਾਂਗੇ ਕਿ HTML ਕੀ ਹੈ। ਵੈਸੇ ਤਾਂ ਤੁਹਾਡੇ ਵਿੱਚੋਂ ਕਾਫੀ ਵਿਦਿਆਰਥੀ ਜਾਣਦੇ ਹੋਣਗੇ ਕਿ HTML ਦਾ ਪੂਰਾ ਨਾਮ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਹੈ, ਜਿਸ ਤੋਂ ਭਾਵ ਕਿ ਅਸੀਂ HTML ਦੀ ਮਦਦ ਦੇ ਨਾਲ ਅਸੀਂ HTML ਦੇ ਟੈਗਸ ਦੀ ਮਦਦ ਦੇ ਨਾਲ ਵੱਖ-ਵੱਖ ਵੈਬਸਾਈਟਸ ਨੂੰ ਤਿਆਰ ਕਰਦੇ ਹਾਂ। ਬੇਸਿਕਲੀ ਹਾਈਪਰ ਟੈਕਸਟ ਤੋਂ ਕੀ ਭਾਵ ਹੈ, ਤੁਸੀਂ ਅੱਜ ਕੱਲ੍ਹ ਜਿੰਨੀਆਂ ਵੀ ਸਾਈਟਸ ਦੇਖਦੇ ਹੋ ਉਹਨਾਂ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਲਿੰਕ ਬਣੇ ਹੁੰਦੇ ਨੇ। ਜਦੋਂ ਵੀ ਅਸੀਂ ਕਿਸੇ ਲਿੰਕ ਉੱਤੇ ਕਲਿੱਕ ਕਰਦੇ ਹਾਂ ਤਾਂ ਕੋਈ ਨਾ ਕੋਈ ਪੇਜ ਜਾਂ ਕੋਈ ਪਿਕਚਰ ਜਾਂ ਕੋਈ ਫਾਈਲ ਓਪਨ ਹੁੰਦੀ ਹੈ। ਜਿਸ ਕਿਸੇ ਵੀ ਟੈਕਸਟ ਨੂੰ ਅਸੀਂ ਐਜ਼ ਏ ਲਿੰਕ ਆਪਣੀ ਸਾਈਟ ਤੇ ਐਡ ਕੀਤਾ ਹੁੰਦਾ ਹੈ, ਉਸ ਟੈਕਸਟ ਨੂੰ ਅਸੀਂ ਹਾਈਪਰ ਟੈਕਸਟ ਬੋਲਦੇ ਹਾਂ। ਅਤੇ HTML ਲੈਂਗੁਏਜ ਦੇ ਜੇ ਅਸੀਂ ਪੂਰੇ ਨਾਮ ਦੀ ਗੱਲ ਕਰਦੇ ਹਾਂ ਤਾਂ ਇਹ ਇੱਕ ਇਸ ਤਰ੍ਹਾਂ ਦੀ ਲੈਂਗੁਏਜ ਹੈ ਜੋ ਹਾਈਪਰ ਟੈਕਸਟ ਤਿਆਰ ਕਰਨ ਲਈ ਵਰਤੀ ਜਾਂਦੀ ਹੈ। ਯਾਨੀ ਕਿ ਅਸੀਂ ਇਸ ਦੀ ਮਦਦ ਦੇ ਨਾਲ ਆਪਣੇ ਵੈਬਸਾਈਟ ਨੂੰ ਤਿਆਰ ਕਰਦੇ ਹਾਂ, ਆਪਣੇ ਵੈਬ ਪੇਜਸ ਨੂੰ ਤਿਆਰ ਕਰਦੇ ਹਾਂ, ਉਹਨਾਂ ਦੇ ਵਿੱਚ ਲਿੰਕਸ ਕ੍ਰੀਏਟ ਕਰਦੇ ਹਾਂ ਤੇ ਇੱਕ ਪੂਰੀ ਵੈਬਸਾਈਟ ਨੂੰ ਪਬਲਿਸ਼ ਕਰਦੇ ਹਾਂ। ਅੱਗੇ ਹੋਰ HTML ਦੀ ਗੱਲ ਅਸੀਂ ਕਰੀਏ ਤਾਂ HTML ਦੀ ਵਰਤੋਂ ਵੈਬ ਡਿਜ਼ਾਈਨਿੰਗ ਲਈ ਕੀਤੀ ਜਾਂਦੀ ਹੈ। HTML ਲੈਂਗੁਏਜ ਇੱਕ ਟੈਗਸ ਦਾ ਸਮੂਹ ਹੁੰਦਾ ਹੈ ਜਿਸ ਦੀ ਵਰਤੋਂ ਕਰਕੇ ਅਸੀਂ ਵੱਖ-ਵੱਖ ਵੈਬ ਪੇਜ ਤਿਆਰ ਕਰਦੇ ਹਾਂ। HTML ਦੇ ਜੋ ਟੈਗਸ ਨੇ ਉਹ ਸਾਡੇ ਬਰਾਊਜ਼ਰ ਨੂੰ ਗਾਈਡ ਕਰਦੇ ਹਨ ਕਿ ਕਿਸੇ ਇਨਫੋਰਮੇਸ਼ਨ ਨੂੰ ਵੈਬ ਪੇਜ ਦੇ ਉੱਪਰ ਕਿਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਵੇ। ਜਦੋਂ ਵੀ ਅਸੀਂ ਵੱਖ-ਵੱਖ ਤਰ੍ਹਾਂ ਦੇ HTML ਦੇ ਟੈਗ ਯੂਜ਼ ਕਰਦੇ ਹਾਂ ਤਾਂ ਸਾਡਾ ਬਰਾਊਜ਼ਰ ਉਹਨਾਂ ਨੂੰ ਰੀਡ ਕਰਕੇ ਉਹਨਾਂ ਵਿੱਚ ਲਿਖੀ ਗਈ ਇਨਫੋਰਮੇਸ਼ਨ ਨੂੰ ਫਾਰਮੈਟਡ ਰੂਪ ਵਿੱਚ ਆਪਣੇ ਮੇਨ ਸਕਰੀਨ ਉੱਤੇ ਡਿਸਪਲੇ ਕਰਦਾ ਹੈ। HTML ਦੀ ਵਰਤੋਂ ਕਰਕੇ ਤੁਸੀਂ ਵੈਬ ਐਪਲੀਕੇਸ਼ਨਾਂ ਅਤੇ ਮੋਬਾਈਲ ਐਪਲੀਕੇਸ਼ਨਾਂ ਲਈ ਇੱਕ ਇੰਟਰਫੇਸ ਤਿਆਰ ਕਰਦੇ ਹੋ। HTML ਦੇ ਟੈਗਸ ਨੂੰ ਲੈਸ ਦੈਨ ਅਤੇ ਗ੍ਰੇਟਰ ਦੈਨ ਦੇ ਸਿੰਬਲ ਦੇ ਵਿੱਚ ਲਿਖਿਆ ਜਾਂਦਾ ਹੈ। HTML ਲੈਂਗੁਏਜ ਦੇ ਵਿੱਚ ਕਾਫੀ ਜ਼ਿਆਦਾ ਮਾਤਰਾ ਵਿੱਚ ਟੈਗ ਹੁੰਦੇ ਨੇ ਜਿਨ੍ਹਾਂ ਨੂੰ ਯੂਜ਼ ਕਰਕੇ ਅਸੀਂ ਵੱਖ-ਵੱਖ ਤਰ੍ਹਾਂ ਦੇ ਵੈਬ ਪੇਜ ਕ੍ਰੀਏਟ ਕਰਦੇ ਹਾਂ। ਜੇ HTML ਡਾਕੂਮੈਂਟ ਦੀ ਅਸੀਂ ਬਣਤਰ ਦੇਖੀਏ ਤਾਂ HTML ਡਾਕੂਮੈਂਟ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਆਪਣਾ ਨੋਟਪੈਡ ਓਪਨ ਕਰਦੇ ਹਾਂ, ਜਿਸ ਵਿੱਚ ਅਸੀਂ HTML ਦੇ ਟੈਗਸ ਨੂੰ ਯੂਜ਼ ਕਰਕੇ ਇੱਕ ਫਾਈਲ ਨੂੰ ਕ੍ਰੀਏਟ ਕਰਦੇ ਹਾਂ। ਜਦੋਂ ਵੀ ਅਸੀਂ HTML ਦੀ ਕੋਈ ਫਾਈਲ ਨੂੰ ਕ੍ਰੀਏਟ ਕਰਦੇ ਹਾਂ ਤਾਂ ਉਸ ਨੂੰ ਸੇਵ ਕਰਨ ਲੱਗਿਆ ਸਾਨੂੰ ਇੱਕ ਤਾਂ ਉਸਦਾ ਫਾਈਲ ਨੇਮ ਦੇਣਾ ਪੈਂਦਾ ਹੈ ਅਤੇ ਉਸਦੀ ਜੋ ਐਕਸਟੈਂਸ਼ਨ ਹੈ ਉਹ HTML ਐਡ ਕਰਨੀ ਪੈਂਦੀ ਹੈ। ਅਗਰ ਅਸੀਂ HTML ਦੇ ਤਿਆਰ ਕੀਤੇ ਗਏ ਡਾਕੂਮੈਂਟ ਦੀ ਐਕਸਟੈਂਸ਼ਨ HTML ਨਹੀਂ ਲਗਾਉਂਦੇ ਤਾਂ ਉਹ ਸਾਡੀ ਇੱਕ ਸਿੰਪਲ ਟੈਕਸਟ ਫਾਈਲ ਹੀ ਬਣ ਕੇ ਰਹਿ ਜਾਂਦੀ ਹੈ। ਪਰ ਜੇ ਅਸੀਂ ਉਸਨੂੰ ਕਿਸੇ ਵੈਬ ਬਰਾਊਜ਼ਰ ਦੇ ਉੱਪਰ ਓਪਨ ਕਰਨਾ ਚਾਹੁੰਦੇ ਹਾਂ ਤਾਂ ਉਸਦੀ ਐਕਸਟੈਂਸ਼ਨ HTML ਹੀ ਹੋਣੀ ਚਾਹੀਦੀ ਹੈ। HTML ਡਾਕੂਮੈਂਟ ਦੇ ਆਮ ਤੌਰ ਤੇ ਦੋ ਭਾਗ ਹੁੰਦੇ ਨੇ, ਇੱਕ ਉਹਦਾ ਹੈਡ ਭਾਗ ਅਤੇ ਸੈਕਿੰਡ ਉਸਦਾ ਬੋਡੀ ਭਾਗ। ਹੈਡ ਦੇ ਵਿੱਚ ਅਸੀਂ ਉਸਦੀ ਕੁਝ ਬੇਸਿਕ ਇਨਫੋਰਮੇਸ਼ਨ ਐਡ ਕਰਦੇ ਹਾਂ, ਜਿਵੇਂ ਅਸੀਂ ਇੱਕ ਟਾਈਟਲ ਟੈਗ ਯੂਜ਼ ਕਰਦੇ ਹਾਂ ਜੋ ਸਾਡੀ ਟਾਈਟਲ ਬਾਰ ਦੇ ਉੱਤੇ ਸਾਡੀ ਸਾਈਟ ਨਾਲ ਰਿਲੇਟਡ ਇੱਕ ਛੋਟੀ ਜਿਹੀ ਜਾਣਕਾਰੀ ਨੂੰ ਇੱਕ ਸ਼ਾਰਟ ਫਾਰਮ ਦੇ ਵਿੱਚ ਲਿਖੀ ਹੋਈ ਜਾਣਕਾਰੀ ਨੂੰ ਸਾਡੀ ਟਾਈਟਲ ਬਾਰ ਦੇ ਉੱਪਰ ਡਿਸਪਲੇ ਕਰਦਾ ਹੈ, ਜਿਵੇਂ ਤੁਹਾਡੀ ਸਾਈਟ ਦਾ ਨਾਮ ਜਾਂ ਤੁਹਾਡੀ ਸਾਈਟ ਕਿਸ ਬਾਰੇ ਹੈ, ਤੁਹਾਡੀ ਸਾਈਟ ਦਾ ਪੂਰਾ ਐਡਰੈਸ। ਕੁਝ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਨੂੰ ਤੁਸੀਂ ਟਾਈਟਲ ਟੈਗ ਦੇ ਵਿੱਚ ਐਡ ਕਰ ਸਕਦੇ ਹੋ। ਟਾਈਟਲ ਟੈਗ ਹਮੇਸ਼ਾ ਹੈਡ ਟੈਗ ਦੇ ਵਿੱਚ ਹੀ ਹੋਣਾ ਚਾਹੀਦਾ ਹੈ। ਦੂਸਰਾ ਜੋ ਭਾਗ ਹੈ ਸਾਡੇ HTML ਡਾਕੂਮੈਂਟ ਦਾ, ਉਸਦਾ ਨਾਮ ਹੈ ਬੋਡੀ। ਬੋਡੀ ਭਾਗ ਦੇ ਵਿੱਚ ਹੋਰ ਜਿੰਨੇ ਵੀ HTML ਦੇ ਟੈਗਸ ਨੇ ਜਾਂ ਜਿੰਨੀ ਵੀ ਇਨਫੋਰਮੇਸ਼ਨ ਤੁਸੀਂ ਆਪਣੇ ਵੈਬ ਪੇਜ ਉੱਤੇ ਡਿਸਪਲੇ ਕਰਨੀ ਚਾਹੁੰਦੇ ਹੋ ਉਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਟੈਗਸ ਦੀ ਮਦਦ ਦੇ ਨਾਲ ਬੋਡੀ ਟੈਗ ਦੇ ਵਿੱਚ ਲਿਖੀ ਜਾਂਦੀ ਹੈ। ਇਸ ਵਿੱਚ ਪਿਕਚਰਸ ਵੀ ਹੋ ਸਕਦੀਆਂ ਨੇ, ਕੋਈ ਵੀਡੀਓ ਫਾਈਲ ਵੀ ਹੋ ਸਕਦੀ ਹੈ, ਆਡੀਓ ਫਾਈਲ ਵੀ ਹੋ ਸਕਦੀ ਹੈ ਜਾਂ ਸਿੰਪਲ ਟੈਕਸਟ ਹੋ ਸਕਦਾ ਹੈ, ਫਿਗਰਸ ਹੋ ਸਕਦੀਆਂ ਨੇ। ਜਿੰਨਾ ਵੀ ਤੁਹਾਡੀ ਸਾਈਟ ਦਾ ਮਟੀਰੀਅਲ ਹੋਏਗਾ ਉਹ ਸਾਰੇ ਦਾ ਸਾਰਾ ਬੋਡੀ ਟੈਗ ਦੇ ਵਿੱਚ ਲਿਖਿਆ ਜਾਏਗਾ। HTML ਦੇ ਵਿੱਚ ਦੋ ਤਰ੍ਹਾਂ ਦੇ ਟੈਗ ਵਰਤੇ ਜਾਂਦੇ ਨੇ, ਇੱਕ ਪੇਅਰਡ ਐਂਡ ਇੱਕ ਅਨਪੇਅਰਡ, ਜਾਂ ਕੰਟੇਨਰ ਟੈਗ ਅਤੇ ਐਮਟੀ ਟੈਗ। ਕੰਟੇਨਰ ਟੈਗ ਤੋਂ ਭਾਵ ਕਿ ਕੋਈ ਇਸ ਤਰ੍ਹਾਂ ਦਾ ਟੈਗ ਜਿਸ ਦਾ ਇੱਕ ਸਾਥੀ ਟੈਗ ਵੀ ਹੋਵੇ, ਯਾਨੀ ਕਿ ਸਟਾਰਟਿੰਗ ਟੈਗ ਵੀ ਹੋਵੇ ਤੇ ਕਲੋਜ਼ਿੰਗ ਟੈਗ ਵੀ ਹੋਵੇ। ਜਿਵੇਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ, HTML ਟੈਗ ਇੱਕ ਕੰਟੇਨਰ ਟੈਗ ਹੈ, ਇਸ ਦਾ ਸਟਾਰਟਿੰਗ ਟੈਗ ਵੀ ਹੈ HTML ਅਤੇ ਇਸ ਦਾ ਜੋ ਕਲੋਜ਼ਿੰਗ ਟੈਗ ਹੈ // ਦੇ ਨਾਲ HTML। ਉਸ ਤਰ੍ਹਾਂ ਹੈਡ ਟੈਗ, ਟਾਈਟਲ ਟੈਗ, ਬੋਡੀ ਟੈਗ। ਐਮਟੀ ਟੈਗ ਕੀ ਹੁੰਦੇ ਨੇ, ਜੋ ਸਿੰਗਲ ਫਾਰਮ ਦੇ ਵਿੱਚ ਸਾਨੂੰ ਮਿਲਦੇ ਨੇ, ਜਿਵੇਂ ਪੀ ਟੈਗ। ਪੀ ਟੈਗ ਦਾ ਕੋਈ ਵੀ ਹੋਰ ਸਾਥੀ ਟੈਗ ਨਹੀਂ ਹੋਏਗਾ, ਅਸੀਂ ਪੀ ਟੈਗ ਨੂੰ ਇਕੱਲੇ ਹੀ ਯੂਜ਼ ਕਰ ਸਕਦੇ ਹਾਂ। ਬਾਕੀ ਜੋ ਕੰਟੇਨਰ ਟੈਗ ਹੁੰਦੇ ਨੇ ਉਹਨਾਂ ਦੇ ਸਾਥੀ ਟੈਗ ਹੁੰਦੇ ਨੇ ਅਤੇ ਉਹ ਇੱਕ ਪੇਅਰ ਦੀ ਫਾਰਮ ਦੇ ਵਿੱਚ ਯੂਜ਼ ਕੀਤੇ ਜਾਂਦੇ ਹਨ। ਅਗਲਾ ਟੌਪਿਕ ਹੈ ਕਿ HTML ਦੇ ਵਿੱਚ ਕਿਵੇਂ ਅਸੀਂ ਲਿੰਕ ਐਡ ਕਰ ਸਕਦੇ ਹਾਂ ਅਤੇ ਕਿਵੇਂ ਆਪਣੇ ਵੈਬ ਪੇਜ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਪਿਕਚਰਸ ਨੂੰ ਐਡ ਕੀਤਾ ਜਾਂਦਾ ਹੈ।
ਇੱਕ ਗੱਲ ਧਿਆਨ ਵਿੱਚ ਰੱਖਣ ਯੋਗ ਹੈ ਕਿ HTML ਦੇ ਵਿੱਚ ਜਦੋਂ ਤੁਸੀਂ ਵੈਬ ਪੇਜ ਤਿਆਰ ਕਰ ਰਹੇ ਹੋ, ਤੁਸੀਂ ਕੋਈ ਵੀ ਕੰਮ ਕਰਵਾਉਣਾ ਹੈ HTML ਦੇ ਵੈਬ ਪੇਜ ਦੇ ਵਿੱਚ ਤਾਂ ਉਸ ਨਾਲ ਰਿਲੇਟਡ ਤੁਹਾਨੂੰ ਕੋਈ ਨਾ ਕੋਈ ਟੈਗ ਜ਼ਰੂਰ ਲਿਖਣਾ ਪਏਗਾ। ਲਿੰਕਸ ਤੋਂ ਭਾਵ ਕਿ ਅਸੀਂ HTML ਦੇ ਵਿੱਚ ਕਿਸੇ ਫਾਈਲ ਦਾ ਲਿੰਕ ਬਣਾ ਰਹੇ ਹਾਂ। ਜਿਵੇਂ ਮੈਂ ਚਾਹੁੰਦਾ ਹਾਂ ਕਿ ਮੈਂ ਕਿਸੇ ਇੱਕ ਰਿਜ਼ਲਟ ਨਾਂ ਦੇ ਵਰਡ ਦੇ ਉੱਪਰ ਕਲਿੱਕ ਕਰਾਂ ਤੇ ਮੇਰੇ ਕੋਲ ਇੱਕ ਰਿਜ਼ਲਟ ਦੀ ਫਾਈਲ ਓਪਨ ਹੋ ਜੇ, ਜਾਂ ਮੈਂ ਕਿਸੇ ਸੌਂਗ ਦੇ ਨਾਮ ਦੇ ਉੱਪਰ ਕਲਿੱਕ ਕਰਾਂ ਤਾਂ ਮੇਰਾ ਉਹ ਗਾਣਾ ਪਲੇ ਹੋ ਜੇ, ਤਾਂ ਉਸਨੂੰ ਅਸੀਂ ਲਿੰਕ ਬੋਲਦੇ ਹਾਂ। ਲਿੰਕ ਬਣਾਉਣ ਲਈ ਸਾਡੇ ਕੋਲ ਇੱਕ ਐਂਕਰ ਟੈਗ ਹੁੰਦਾ ਹੈ, ਜਿਸ ਦੀ ਵਰਤੋਂ ਕਰਕੇ ਅਸੀਂ ਲਿੰਕ ਕ੍ਰੀਏਟ ਕਰ ਸਕਦੇ ਹਾਂ। ਤੇ ਲਿੰਕ ਕ੍ਰੀਏਟ ਕਰਨ ਲਈ ਐਂਕਰ ਟੈਗ ਲਈ ਅਸੀਂ ਇਹ ਯੂਜ਼ ਕਰਦੇ ਹਾਂ। ਜਿਵੇਂ ਤੁਸੀਂ ਆਪਣੀ ਸਕਰੀਨ ਵਿੱਚ ਦੇਖ ਰਹੇ ਹੋ ਕਿ ਅਸੀਂ ਬੋਡੀ ਟੈਗ ਦੇ ਵਿੱਚ ਇਹ ਟੈਗ ਲਿਖਿਆ ਹੈ ਅਤੇ ਉਸ ਨਾਲ HREF ਅਸਾਈਨਮੈਂਟ ਅੱਗੇ ਇੱਕ ਵੈਬਸਾਈਟ ਦਾ ਨਾਮ ਲਿਖਿਆ ਹੈ ਅਤੇ ਗ੍ਰੇਟਰ ਦੈਨ ਦਾ ਸਿੰਬਲ ਲਿਖਿਆ ਹੈ। ਇਸ ਤੋਂ ਭਾਵ ਕਿ ਅਸੀਂ ਇੱਕ ਵੈਬਸਾਈਟ ਨੂੰ ਓਪਨ ਕਰਨਾ ਚਾਹੁੰਦੇ ਹਾਂ ਜਿਸ ਦਾ ਨਾਮ ਹੈ w3school.com। ਅਸੀਂ ਇੱਕ ਟੈਕਸਟ ਲਿਖਿਆ ਵਿਜ਼ਿਟ w3schools.com ਤੇ ਲਾਸਟ ਦੇ ਉੱਪਰ ਅਸੀਂ ਐਂਕਰ ਟੈਗ ਨੂੰ ਬੰਦ ਕੀਤਾ ਹੋਇਆ ਹੈ। ਜਦੋਂ ਵੀ ਇਸ ਸਾਈਟ ਨੂੰ ਅਸੀਂ ਇਸ ਪੇਜ ਨੂੰ ਅਸੀਂ ਆਪਣੇ ਬਰਾਊਜ਼ਰ ਦੇ ਉੱਪਰ ਓਪਨ ਕਰਾਂਗੇ ਤਾਂ ਸਾਡੀ ਸਕਰੀਨ ਉੱਤੇ ਇੱਕ ਵਿਜ਼ਿਟ w3schools.com ਨਾਂ ਦਾ ਇੱਕ ਟੈਕਸਟ ਦਿਖਾਈ ਦੇਵੇਗਾ। ਜਦੋਂ ਹੀ ਅਸੀਂ ਉਸ ਟੈਕਸਟ ਦੇ ਉੱਤੇ ਕਲਿੱਕ ਕਰਾਂਗੇ ਤਾਂ ਸਾਡਾ ਇੱਕ ਵੈਬ ਪੇਜ ਓਪਨ ਹੋ ਜਾਏਗਾ। ਤੁਸੀਂ HREF ਦੇ ਵਿੱਚ ਕੋਈ ਵੀ ਲਿੰਕ ਦੇ ਸਕਦੇ ਹੋ ਜਿਸ ਨੂੰ ਤੁਸੀਂ ਓਪਨ ਕਰਨਾ ਚਾਹੁੰਦੇ ਹੋ, ਉਸਦੀ ਲੋਕੇਸ਼ਨ ਵੀ ਐਡ ਕਰ ਸਕਦੇ ਹੋ। ਇਹ ਸੀ ਲਿੰਕ ਐਡ ਕਰਨ ਦਾ ਤਰੀਕਾ। ਸੈਕਿੰਡ ਹੈ ਕਿ ਤੁਸੀਂ ਅਗਰ ਆਪਣੇ HTML ਦੇ ਪੇਜ ਦੇ ਵਿੱਚ ਕਿਸੇ ਪਿਕਚਰਸ ਨੂੰ ਇਮੇਜ ਨੂੰ ਐਡ ਕਰਨਾ ਹੈ ਤਾਂ ਤੁਹਾਡੇ ਲਈ ਇੱਕ ਇਮੇਜ ਟੈਗ ਹੋਏਗਾ ਜਿਸ ਨੂੰ ਅਸੀਂ IMG ਟੈਗ ਬੋਲਦੇ ਹਾਂ। ਲੈਸ ਦੈਨ ਦਾ ਸਿੰਬਲ ਲਗਾ ਕੇ ਅਸੀਂ ਲਿਖਦੇ ਹਾਂ IMG ਸਪੇਸ SRC। SRC ਦੇ ਨਾਲ ਅਸੀਂ ਉਸ ਫਾਈਲ ਦਾ ਨਾਮ ਲਿਖਦੇ ਹਾਂ ਜਾਂ ਉਸ ਫਾਈਲ ਦਾ ਪਾਥ ਲਿਖਦੇ ਹਾਂ ਜਿਸ ਜਗ੍ਹਾ ਤੇ ਸਾਡੀ ਉਹ ਪਿਕਚਰ ਜਿਹੜੀ ਹੈ ਉਹ ਸੇਵ ਹੈ ਸਾਡੇ ਸਿਸਟਮ ਦੇ ਵਿੱਚ ਜਾਂ ਸਾਡੇ ਸਿਸਟਮ ਤੋਂ ਬਾਹਰ ਕਿਸੇ ਹੋਰ ਜਗ੍ਹਾ ਦੇ ਉੱਤੇ। ਪਿਕਚਰ ਦਾ ਨਾਮ ਲਿਖਣ ਤੋਂ ਬਾਅਦ ਜਾਂ ਉਸਦਾ ਪਾਥ ਦੇਣ ਤੋਂ ਬਾਅਦ ਅਸੀਂ ਇੱਕ ਉਹਦਾ ਅਲਟਰਨੇਟਿਵ ਟੈਕਸਟ ਵੀ ਲਿਖਦੇ ਹਾਂ। ਇਸ ਤੋਂ ਭਾਵ ਕਿ ਜੇ ਅਸੀਂ ਆਪਣੀ ਸਾਈਟ ਨੂੰ ਬਰਾਊਜ਼ਰ ਉੱਪਰ ਓਪਨ ਕਰ ਰਹੇ ਹਾਂ ਤਾਂ ਅਗਰ ਸਾਡੀ ਪਿਕਚਰ ਜੋ ਹੈ ਉਹ ਓਪਨ ਨਹੀਂ ਹੁੰਦੀ ਤਾਂ ਪਿਕਚਰ ਦੀ ਜਗ੍ਹਾ ਦੇ ਉੱਤੇ ਇੱਕ ਟੈਕਸਟ ਲਿਖਿਆ ਜੇ ਗਰਲ ਇਨ ਅ ਜੈਕਟ, ਕਿ ਅਗਰ ਸਾਡੀ ਜੋ ਪਿਕਚਰ ਹੈ ਅਗਰ ਓਪਨ ਨਹੀਂ ਹੁੰਦੀ ਤਾਂ ਇਹ ਟੈਕਸਟ ਉਹਦੀ ਜਗ੍ਹਾ ਤੇ ਆਏਗਾ, ਅਦਰਵਾਈਜ਼ ਸਾਡੀ ਪਿਕਚਰ ਹੀ ਸ਼ੋ ਹੋਵੇਗੀ। ਇਸ ਜਗ੍ਹਾ ਤੇ ਅਸੀਂ ਪਿਕਚਰ ਦੀ ਚੌੜਾਈ ਅਤੇ ਉਚਾਈ ਸੈੱਟ ਕਰਦੇ ਹਾਂ ਕਿ ਸਾਡੀ ਪਿਕਚਰ ਦਾ ਸਾਈਜ਼ ਕੀ ਹੋਵੇ, ਕਿ ਸਾਡੇ ਵੈਬ ਪੇਜ ਦੇ ਉੱਪਰ ਜਦੋਂ ਅਸੀਂ ਪਿਕਚਰ ਨੂੰ ਲਗਾਈਏ ਤਾਂ ਉਸ ਕਿੰਨੀ ਜਗ੍ਹਾ ਲਵੇ। ਇਹ ਇਮੇਜ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ ਆਪਣੇ HTML ਦੇ ਪੇਜ ਦੇ ਵਿੱਚ ਇਮੇਜ ਨੂੰ ਐਡ ਕਰਨ ਲਈ। ਨੈਕਸਟ ਜੋ ਟੌਪਿਕ ਹੈ ਸਾਡੇ ਚੈਪਟਰ ਨੰਬਰ 1 ਦਾ, ਜਿਸ ਦਾ ਨਾਮ ਹੈ ਕਿ HTML ਵਿੱਚ CSS ਕੀ ਹੈ, ਯਾਨੀ ਕਿ HTML ਦੇ ਵਿੱਚ ਅਸੀਂ ਕਾਸਕੇਡਿੰਗ ਸਟਾਈਲ ਸ਼ੀਟ ਦੀ ਵਰਤੋਂ ਕਿਉਂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਕਿ CSS ਹੁੰਦੀ ਕੀ ਹੈ। CSS ਤੋਂ ਭਾਵ ਕਿ ਅਸੀਂ ਕੁਝ ਕੋਡਸ ਦੀ ਵਰਤੋਂ ਕਰਕੇ ਆਪਣੇ HTML ਦੇ ਪੇਜ ਦੀ ਲੇਆਊਟ ਨੂੰ ਹੋਰ ਵਧੀਆ ਤਰੀਕੇ ਨਾਲ ਆਪਣੇ ਬਰਾਊਜ਼ਰ ਦੇ ਉੱਤੇ ਪੇਸ਼ ਕਰ ਸਕੀਏ। ਯਾਨੀ ਕਿ ਸਾਡੇ ਜੋ ਵੀ ਵੈਬ ਪੇਜ ਦੀ ਲੇਆਊਟ ਹੈ ਅਸੀਂ ਉਸ ਨੂੰ ਡਿਸਾਈਡ ਕਰਦੇ ਹਾਂ ਕਿ ਉਸ ਦੇ ਉੱਤੇ ਜੋ ਟੈਕਸਟ ਹੈ ਉਸ ਦਾ ਕਲਰ ਕਿਹੜਾ ਹੋਣਾ ਚਾਹੀਦਾ ਹੈ, ਬੈਕਗਰਾਊਂਡ ਕਿਹੜੀ ਹੋਣੀ ਚਾਹੀਦੀ ਹੈ, ਜੋ ਤੁਸੀਂ ਫੌਂਟ ਯੂਜ਼ ਕੀਤੇ ਨੇ ਉਹਨਾਂ ਦਾ ਆਕਾਰ ਕਿੱਦਾਂ ਦਾ ਹੋਣਾ ਚਾਹੀਦਾ ਹੈ, ਵੱਖ-ਵੱਖ ਜੋ ਤੁਸੀਂ ਐਲੀਮੈਂਟਸ ਐਡ ਕੀਤੇ ਨੇ ਆਪਣੇ ਵੈਬ ਪੇਜ ਦੇ ਉੱਪਰ ਉਹਨਾਂ ਦੀ ਆਪਸ ਵਿੱਚ ਦੂਰੀ ਕਿੰਨੀ ਹੋਣੀ ਚਾਹੀਦੀ ਹੈ ਅਤੇ ਕਿਸ ਤਰ੍ਹਾਂ ਦੀ ਡਿਜ਼ਾਈਨਿੰਗ ਤੁਸੀਂ ਚਾਹੁੰਦੇ ਹੋ ਤੁਹਾਡੇ ਵੈਬ ਪੇਜ ਨੂੰ ਦੇਣੀ। ਇਹ ਸਾਰਾ ਕੁਝ ਤੁਸੀਂ CSS ਦੀ ਮਦਦ ਦੇ ਨਾਲ ਕਰ ਸਕਦੇ ਹੋ। CSS ਕੁਝ ਕੋਡਸ ਸਾਨੂੰ ਦਿੰਦਾ ਹੈ ਜਿਸ ਨੂੰ ਅਸੀਂ HTML ਦੇ ਪੇਜ ਦੇ ਵਿੱਚ ਹੀ ਲਿਖ ਕੇ ਆਪਣੇ ਵੈਬ ਪੇਜ ਦੀ ਲੇਆਊਟ ਨੂੰ ਹੋਰ ਵਧੀਆ ਕਰ ਸਕਦੇ ਹਾਂ। ਅਗਲਾ ਟੌਪਿਕ ਹੈ ਕਿ ਕਾਸਕੇਡਿੰਗ ਸਟਾਈਲ ਸ਼ੀਟਸ ਦੀਆਂ ਟਾਈਪਸ ਕੀ ਨੇ, ਕਿੰਨੀਆਂ ਨੇ। ਆਮ ਤੌਰ ਤੇ ਕਾਸਕੇਡਿੰਗ ਸਟਾਈਲ ਸ਼ੀਟਸ ਦੀਆਂ 3 ਕਿਸਮਾਂ ਨੇ। ਨੰਬਰ 1 ਇਨਲਾਈਨ, ਨੰਬਰ 2 ਇੰਟਰਨਲ ਤੇ ਨੰਬਰ 3 ਐਕਸਟਰਨਲ। ਇਨਲਾਈਨ ਤੋਂ ਭਾਵ ਕਿ ਤੁਸੀਂ ਇੱਕ ਸਟਾਈਲ ਐਟਰੀਬਿਊਟ ਨੂੰ ਯੂਜ਼ ਕਰਕੇ ਆਪਣੇ HTML ਦੇ ਵੱਖ-ਵੱਖ ਐਲੀਮੈਂਟਸ ਦੀ ਜੋ ਲੇਆਊਟ ਹੈ, ਜੋ ਉਹਨਾਂ ਦਾ ਸਟਾਈਲ ਹੈ, ਉਸ ਨੂੰ ਤੁਸੀਂ ਚੇਂਜ ਕਰ ਸਕੋ। ਇੰਟਰਨਲ ਤੋਂ ਭਾਵ ਕਿ ਤੁਸੀਂ ਆਪਣੇ HTML ਡਾਕੂਮੈਂਟ ਦੇ ਵਿੱਚ ਸਟਾਈਲ ਐਲੀਮੈਂਟ ਨੂੰ ਯੂਜ਼ ਕਰਕੇ ਵੱਖ-ਵੱਖ ਐਲੀਮੈਂਟਸ ਦੀ ਲੇਆਊਟ ਨੂੰ ਚੇਂਜ ਕਰ ਸਕੋ।
ਐਕਸਟਰਨਲ ਤੋਂ ਭਾਵ ਕਿ ਤੁਸੀਂ CSS ਸ਼ੀਟ ਨੂੰ ਪਹਿਲਾਂ ਤੋਂ ਕਿਸੇ ਹੋਰ ਜਗ੍ਹਾ ਤੇ ਬਣਾ ਕੇ ਸੇਵ ਕੀਤਾ ਹੈ ਅਤੇ ਤੁਸੀਂ ਉਸਦਾ ਲਿੰਕ ਦੇ ਕੇ ਲਿੰਕ ਐਲੀਮੈਂਟ ਦੀ ਮਦਦ ਦੇ ਨਾਲ ਆਪਣੇ ਡਾਕੂਮੈਂਟ ਵਿੱਚ ਐਡ ਕਰਕੇ ਜੋ ਤੁਹਾਡੇ ਡਾਕੂਮੈਂਟ ਦੇ ਐਲੀਮੈਂਟਸ ਨੇ ਜਾਂ ਜੋ ਤੁਹਾਡੇ ਡਾਕੂਮੈਂਟ ਦਾ ਮਟੀਰੀਅਲ ਹੈ ਉਸ ਦੀ ਫਾਰਮੈਟਿੰਗ ਕਰ ਸਕੋ। ਇਹ ਤਿੰਨ ਮੈਥਡ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣੀਆਂ ਸਟਾਈਲ ਸ਼ੀਟਸ ਨੂੰ HTML ਦੇ ਵਿੱਚ ਐਡ ਕਰ ਸਕਦੇ ਹੋ। ਉਦਾਹਰਨ ਤੌਰ ਤੇ ਅਸੀਂ ਇਨਲਾਈਨ ਦੀ ਗੱਲ ਕਰਦੇ ਹਾਂ। ਇਨਲਾਈਨ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਸਿੰਪਲ ਇੱਕ ਸਟਾਈਲ ਐਟਰੀਬਿਊਟ ਨੂੰ ਯੂਜ਼ ਕਰਦੇ ਹਾਂ ਆਪਣੇ HTML ਦੀ ਟੈਗਸ ਦੇ ਵਿੱਚ। ਜਿਵੇਂ ਸਾਡਾ H1 ਨਾਂ ਦਾ ਇੱਕ ਹੈਡਿੰਗ ਟੈਗ ਹੈ ਜਿਸ ਵਿੱਚ ਅਸੀਂ ਉਸਦਾ ਇੱਕ ਸਟਾਈਲ ਐਟਰੀਬਿਊਟ ਯੂਜ਼ ਕੀਤਾ ਜੋ ਕੀ ਹੈ ਸਾਡੇ CSS ਦਾ ਇੱਕ ਐਲੀਮੈਂਟ। ਇਸ ਵਿੱਚ ਅਸੀਂ ਆਪਣੇ ਬਰਾਊਜ਼ਰ ਨੂੰ ਦੱਸ ਰਹੇ ਹਾਂ ਕਿ H1 ਜੋ ਵੀ ਸਾਡੀ ਹੈਡਿੰਗ ਕੀ ਹੈ, ਇਹ ਬਲੂ ਹੈਡਿੰਗ, ਇਸ ਦਾ ਕਲਰ ਕੀ ਹੋਵੇ, ਬਲੂ ਕਲਰ ਹੋਵੇ। ਜਾਂ ਸਾਡਾ ਜੋ ਪੈਰਾ ਹੈ, ਜੋ ਪੈਰਾਗ੍ਰਾਫ ਹੈ, ਇਹ ਰੈੱਡ ਪੈਰਾਗ੍ਰਾਫ, ਉਸ ਦਾ ਕਲਰ ਕੀ ਹੋਵੇ, ਰੈੱਡ ਹੋਵੇ। ਇਹ ਸੀ ਪਹਿਲਾ ਤਰੀਕਾ ਜਿਸ ਦੀ ਮਦਦ ਦੇ ਨਾਲ ਤੁਸੀਂ ਸਿਰਫ ਇੱਕ ਸਟਾਈਲ ਐਟਰੀਬਿਊਟ ਨੂੰ ਕਿਸੇ ਵੀ ਟੈਗ ਦੇ ਵਿੱਚ ਦੇ ਕੇ ਉਸ ਦੇ ਸਟਾਈਲ ਨੂੰ ਚੇਂਜ ਕਰ ਸਕਦੇ ਹੋ। ਦੂਜਾ ਤਰੀਕਾ ਕੀ ਹੈ, ਇੰਟਰਨਲ। ਇੰਟਰਨਲ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਸਟਾਈਲ ਐਲੀਮੈਂਟ ਜਾਂ ਸਟਾਈਲ ਟੈਗ ਨੂੰ ਯੂਜ਼ ਕਰਕੇ ਆਪਣੇ ਡਾਕੂਮੈਂਟ ਦੇ ਵਿੱਚ ਜਿੰਨੇ ਵੀ ਐਲੀਮੈਂਟਸ ਨੇ ਉਹਨਾਂ ਦੀ ਫਾਰਮੈਟਿੰਗ ਕਰ ਸਕਦੇ ਹੋ ਅਤੇ ਸਟਾਈਲ ਜੋ ਤੁਹਾਡਾ ਟੈਗ ਹੈ ਉਸ ਨੂੰ ਤੁਸੀਂ ਹੈਡ ਟੈਗ ਦੇ ਵਿੱਚ ਯੂਜ਼ ਕਰਦੇ ਹੋ। ਜਿਵੇਂ ਉਦਾਹਰਨ ਦੇ ਤੌਰ ਤੇ ਅਸੀਂ ਇਸ ਕੋਡਿੰਗ ਨੂੰ ਦੇਖਦੇ ਹਾਂ ਜਿਸ ਵਿੱਚ HTML ਟੈਗ ਅਸੀਂ ਲਿਖਿਆ ਹੈ, ਉਸ ਤੋਂ ਬਾਅਦ ਸਾਡਾ ਹੈਡ ਟੈਗ ਅਤੇ ਉਸ ਦੇ ਬਾਅਦ ਸਾਡਾ ਸਟਾਈਲ ਟੈਗ ਅਸੀਂ ਲਿਖਿਆ ਹੈ। ਸਟਾਈਲ ਟੈਗ ਦੀ ਮਦਦ ਦੇ ਨਾਲ ਅਸੀਂ ਕਿੰਨੇ ਕੰਮ ਕਰਾਉਣਾ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਆਪਣੇ ਡਾਕੂਮੈਂਟ ਦੀ ਬੋਡੀ ਦਾ ਜੋ ਬੈਕਗਰਾਊਂਡ ਕਲਰ ਹੈ ਉਸ ਦਾ ਅਸੀਂ ਜੋ ਕਲਰ ਹੈ ਪਾਊਡਰ ਬਲੂ ਕਲਰ ਕਰਨਾ ਚਾਹੁੰਦੇ ਹਾਂ ਕਿ ਬੈਕਗਰਾਊਂਡ ਦਾ ਕਲਰ ਇਹ ਹੋਵੇ। ਸੈਕਿੰਡ, ਜਿਸ ਜਗ੍ਹਾ ਤੇ ਅਸੀਂ H1 ਟੈਗ ਯੂਜ਼ ਕਰਾਂਗੇ ਉਸ ਸਾਰੀ ਹੀ ਹੈਡਿੰਗ ਦਾ ਜੋ ਕਲਰ ਹੈ ਉਹ ਬਲੂ ਕਲਰ ਹੋਵੇ ਅਤੇ ਜਿਸ ਜਗ੍ਹਾ ਤੇ ਅਸੀਂ P ਟੈਗ ਯੂਜ਼ ਕੀਤਾ ਹੈ ਉਸ ਦਾ ਕਲਰ ਕੀ ਹੋਵੇ, ਰੈੱਡ ਹੋਵੇ। ਅਗਰ ਅਸੀਂ ਇਸ ਕੋਡਿੰਗ ਦੀ ਆਉਟਪੁੱਟ ਦੇਖਦੇ ਹਾਂ ਤਾਂ ਤੁਸੀਂ ਆਪਣੀ ਰਾਈਟ ਸਾਈਡ ਸਕਰੀਨ ਉੱਤੇ ਦੇਖ ਰਹੇ ਹੋ ਸਾਡੀ ਜੋ ਬੈਕਗਰਾਊਂਡ ਹੈ ਉਹ ਉਸ ਦਾ ਕਲਰ ਚੇਂਜ ਹੈ, ਸਾਡੀ ਜੋ ਹੈਡਿੰਗ ਹੈ ਉਸ ਦਾ ਕਲਰ ਬਲੂ ਹੈ ਅਤੇ ਜੋ ਪੈਰਾਗ੍ਰਾਫ ਅਸੀਂ ਲਿਖਿਆ ਹੈ ਉਸ ਦਾ ਕਲਰ ਰੈੱਡ ਹੈ। ਇਹ ਸੈਕਿੰਡ ਮੈਥਡ ਸੀ ਜਿਸ ਦੀ ਵਰਤੋਂ ਕਰਕੇ ਤੁਸੀਂ ਇੰਟਰਨਲੀ ਇੱਕ ਸਟਾਈਲ ਟੈਗ ਨੂੰ ਯੂਜ਼ ਕਰਕੇ HTML ਦੇ ਵਿੱਚ ਫਾਰਮੈਟਿੰਗ ਕਰ ਸਕਦੇ ਹੋ। ਥਰਡ ਤਰੀਕਾ ਕੀ ਹੈ ਕਿ ਤੁਸੀਂ ਸੈਪਰੇਟਲੀ ਆਪਣੀ ਜੋ ਸਟਾਈਲ ਸ਼ੀਟ ਹੈ ਉਸ ਨੂੰ ਵੱਖਰੇ ਤੌਰ ਤੇ ਆਪਣੇ ਕੰਪਿਊਟਰ ਦੇ ਵਿੱਚ ਸੇਵ ਕੀਤਾ ਹੈ ਅਤੇ ਸਿਰਫ ਤੁਸੀਂ ਉਸ ਦਾ ਲਿੰਕ ਯੂਜ਼ ਕਰਕੇ ਉਸ ਨੂੰ ਆਪਣੇ HTML ਦੇ ਡਾਕੂਮੈਂਟ ਵਿੱਚ ਐਡ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਲਿੰਕ ਟੈਗ ਯੂਜ਼ ਕਰਨਾ ਪਏਗਾ। ਜਿਵੇਂ ਅਸੀਂ ਇਸ ਡਾਕੂਮੈਂਟ ਦੇ ਵਿੱਚ ਹੈਡ ਟੈਗ ਦੇ ਵਿੱਚ ਅਸੀਂ ਇੱਕ ਲਿੰਕ ਟੈਗ ਯੂਜ਼ ਕੀਤਾ ਅਤੇ ਅਸੀਂ ਉਸ ਦਾ ਲਿੰਕ ਦੇ ਦਿੱਤਾ styles.css। ਇਹ ਸਾਡੀ ਉਸ ਸ਼ੀਟ ਦਾ ਨਾਮ ਹੈ ਜਿਸ ਦੇ ਵਿੱਚ ਅਸੀਂ ਆਪਣੇ HTML ਦੇ ਜਿੰਨੇ ਵੀ ਐਲੀਮੈਂਟਸ ਨੇ ਉਹਨਾਂ ਨੂੰ ਅਸੀਂ ਕੀ ਸਟਾਈਲ ਦੇਣਾ ਹੈ ਉਹਨਾਂ ਦੀ ਇਨਫੋਰਮੇਸ਼ਨ ਇਸ ਡਾਕੂਮੈਂਟ ਵਿੱਚ ਸਟੋਰ ਹੋਏਗੀ ਅਤੇ ਅਸੀਂ ਸਿਰਫ ਲਿੰਕ ਟੈਗ ਦੀ ਮਦਦ ਦੇ ਨਾਲ ਉਸ ਨੂੰ ਆਪਣੇ ਡਾਕੂਮੈਂਟ ਵਿੱਚ ਐਡ ਕਰ ਰਹੇ ਹਾਂ। ਇਹ ਤਰੀਕਾ ਸੀ ਨੰਬਰ 3 ਜਿਸ ਤੋਂ ਭਾਵ ਹੈ ਕਿ ਐਕਸਟਰਨਲ ਤੌਰ ਤੇ ਪਹਿਲਾਂ ਤੋਂ ਬਣਾਈ ਗਈ CSS ਸ਼ੀਟ ਨੂੰ ਆਪਣੇ ਡਾਕੂਮੈਂਟ ਵਿੱਚ ਐਡ ਕਰਨਾ। ਸੋ ਇਹ ਟੋਟਲ 3 ਤਰੀਕੇ ਸਨ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣੇ HTML ਦੇ ਡਾਕੂਮੈਂਟ ਵਿੱਚ CSS ਨੂੰ ਐਡ ਕਰ ਸਕਦੇ ਹੋ। ਅਗਲਾ ਟੌਪਿਕ ਹੈ ਕਿ ਕਾਸਕੇਡਿੰਗ ਸਟਾਈਲ ਸ਼ੀਟ ਦਾ ਜੋ ਸਿੰਟੈਕਸ ਹੈ ਉਹ ਕੀ ਹੁੰਦਾ ਹੈ। ਜਦੋਂ ਵੀ ਅਸੀਂ ਆਪਣੇ HTML ਦੇ ਵਿੱਚ CSS ਸ਼ੀਟ ਨੂੰ ਐਡ ਕਰਦੇ ਹਾਂ, ਭਾਵੇਂ ਉਹ ਇੰਟਰਨਲੀ ਐਡ ਕੀਤੀ ਗਈ ਹੋਵੇ ਜਾਂ ਐਕਸਟਰਨਲੀ ਐਡ ਕੀਤੀ ਗਈ ਹੋਵੇ, ਤਾਂ ਉਸ ਦੀ ਜੋ ਕੋਡਿੰਗ ਹੈ ਇੱਕ ਖਾਸ ਸਿੰਟੈਕਸ ਦੇ ਵਿੱਚ ਲਿਖੀ ਗਈ ਹੁੰਦੀ ਹੈ। ਸਿੰਟੈਕਸ ਤੋਂ ਭਾਵ ਕਿਸੇ ਵੀ ਲੈਂਗੁਏਜ ਦੀ ਜੋ ਕੋਡਿੰਗ ਹੈ ਉਸ ਦੀ ਗ੍ਰਾਮਰ ਕੀ ਹੁੰਦੀ ਹੈ। ਅਗਰ ਲਿਖੇ ਗਏ ਟੈਗਸ ਜਾਂ ਕਿਸੇ ਵੀ ਪ੍ਰੋਗਰਾਮਿੰਗ ਲੈਂਗੁਏਜ ਦੀਆਂ ਸਟੇਟਮੈਂਟਸ ਪ੍ਰੋਪਰ ਵੇ ਦੇ ਨਾਲ ਲਿਖੀਆਂ ਜਾਣ ਤਾਂ ਹੀ ਉਹ ਕੰਮ ਕਰਨਗੀਆਂ ਅਤੇ ਉਸ ਮੈਥਡ ਨੂੰ ਅਸੀਂ ਉਸਦਾ ਸਿੰਟੈਕਸ ਬੋਲਦੇ ਹਾਂ। ਇਸ ਜਗ੍ਹਾ ਤੇ ਅਸੀਂ ਲਿਖਿਆ ਹੈ ਸਿਲੈਕਟਰ। ਸਿਲੈਕਟਰ ਕੀ, H1। ਸਿਲੈਕਟਰ ਤੋਂ ਭਾਵ ਕਿ ਅਸੀਂ ਕਿਸ ਐਲੀਮੈਂਟ ਦੀ ਲੇਆਊਟ ਨੂੰ ਚੇਂਜ ਕਰਨਾ ਚਾਹੁੰਦੇ ਹਾਂ। ਉਦਾਹਰਨ ਤੌਰ ਤੇ ਅਸੀਂ ਹੈਡਿੰਗ ਜੋ ਸਾਡਾ ਟੈਗ ਹੈ ਉਸ ਦੀ ਲੇਆਊਟ ਨੂੰ ਚੇਂਜ ਕਰਨਾ ਚਾਹੁੰਦੇ ਹਾਂ ਤਾਂ ਸਾਡਾ H1 ਜੋ ਕੀ ਹੋਏਗਾ, ਸਿਲੈਕਟਰ ਹੋਏਗਾ।
अगर असी पैराग्राफ की लेआउट ਨੂੰ ਚੇਂਜ ਕਰਨਾ ਚਾਹੁੰਦੇ ਹਾਂ ਤਾਂ ਸਾਡਾ p ਟੈਗ ਕੀ ਹੋਏਗਾ ਸਿਲੈਕਟਰ ਹੋਏਗਾ। ਅਗਰ ਅਸੀਂ ਟੇਬਲ ਦੀ ਲੇਆउट ਨੂੰ ਚੇਂਜ ਕਰਨਾ ਚਾਹੁੰਦੇ ਹਾਂ ਤਾਂ ਸਾਡਾ ਟੇਬਲ ਟੈਗ ਕੀ ਹੋਏਗਾ ਸਾਡਾ ਸਿਲੈਕਟਰ ਟੈਗ ਹੋਏਗਾ। ਨੈਕਸਟ ਹੈ ਡਿਕਲੇਅਰ ਕਰਨਾ ਕਿ ਅਸੀਂ ਜੋ ਲੇਆउट ਨੂੰ ਚੇਂਜ ਕਰਨ ਜਾ ਰਹੇ ਹਾਂ ਉਹ ਲੇਆउट ਕਿਹੜੀ ਹੈ। ਜਿਵੇਂ ਅਸੀਂ ਲਿਖਿਆ ਇਸ ਜਗ੍ਹਾ ਦੇ ਉੱਪਰ H1 ਸਟਾਈਲ। H1 ਦਾ ਸਟਾਈਲ ਕੀ ਹੋਵੇ ਕਿ ਜੋ ਉਸਦਾ ਕਲਰ ਹੈ ਉਹ ਕਿਹੜੇ ਕਲਰ ਦਾ ਹੋਵੇ ਬਲੂ ਕਲਰ ਦਾ ਹੋਵੇ। ਅਸੀਂ ਕਿਸੇ ਹੈਡਿੰਗ ਨੂੰ ਲਿਖ ਰਹੇ ਹਾਂ ਉਦਾਹਰਨ ਤੌਰ ਤੇ ਸਾਡੀ ਹੈਡਿੰਗ ਹੈ ਅ ਬਲੂ ਕਲਰ ਹੈਡਿੰਗ। ਇਸ ਟੈਕਸਟ ਦਾ ਜੋ ਕਲਰ ਹੈ ਅਸੀਂ ਉਸ ਨੂੰ ਚੇਂਜ ਕਰਨਾ ਚਾਹੁੰਦੇ ਹਾਂ ਤਾਂ ਉਹ ਕਲਰ ਕੀ ਹੋਵੇ ਬਲੂ ਹੋਵੇ। ਤੁਸੀਂ ਕੁਝ ਵੀ ਲਿਖ ਸਕਦੇ ਹੋ ਉਦਾਹਰਨ ਤੌਰ ਤੇ ਅਸੀਂ ਇਸ ਜਗ੍ਹਾ ਤੇ ਕਲਰ ਲਿਖਿਆ ਹੈ ਤੁਸੀਂ ਇਸ ਜਗ੍ਹਾ ਤੇ ਸਾਈਜ਼ ਵੀ ਲਿਖ ਸਕਦੇ ਹੋ ਕਿ ਜੋ H1 ਦਾ ਸਾਈਜ਼ ਹੈ ਕਿਸ ਤਰ੍ਹਾਂ ਦਾ ਹੋਵੇ। ਫੌਂਟ ਲਿਖ ਸਕਦੇ ਹੋ H1 ਦਾ ਜੋ ਫੌਂਟ ਹੈ ਉਹ ਕਿਸ ਤਰ੍ਹਾਂ ਦਾ ਹੋਵੇ। ਯਾਨੀ ਕਿ ਜੋ ਤੁਹਾਡਾ ਸਿਲੈਕਟਰ ਹੈ ਤੁਸੀਂ ਉਸ ਨਾਲ ਕੰਮ ਕਰ ਰਹੇ ਹੋ ਉਸਦਾ ਤੁਸੀਂ ਕਲਰ ਚੇਂਜ ਕਰ ਰਹੇ ਹੋ ਉਸਦਾ ਤੁਸੀਂ ਫੌਂਟ ਸਾਈਜ਼ ਚੇਂਜ ਕਰ ਰਹੇ ਹੋ ਤੁਸੀਂ ਉਸਦੀ ਲੇਆउट ਨੂੰ ਚੇਂਜ ਕਰ ਰਹੇ ਹੋ। ਇਹ ਇੱਕ ਪ੍ਰੋਪਰ ਮੈਥਡ ਹੈ। ਉਸ ਵਿੱਚ ਕੀ ਆਉਂਦਾ ਹੈ ਸਭ ਤੋਂ ਪਹਿਲਾਂ ਤੁਹਾਡਾ ਸਿਲੈਕਟਰ ਆਏਗਾ। ਸਿਲੈਕਟਰ ਦੀ ਕਿਸ ਪ੍ਰੋਪਰਟੀ ਨੂੰ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਅਤੇ ਉਸਦੀ ਵੈਲਿਊ ਕੀ ਹੋਏਗੀ। ਇਹ ਦੋ ਚੀਜ਼ਾਂ ਤੁਸੀਂ ਐਡ ਕਰਦੇ ਹੋ ਨਾਲ ਸਿਲੈਕਟਰ ਐਡ ਕਰਦੇ ਹੋ ਅਤੇ ਤੁਹਾਡਾ ਜੋ ਸਿੰਟੈਕਸ ਹੈ ਉਹ ਕੰਪਲੀਟ ਹੋ ਜਾਂਦਾ ਹੈ। ਅਗਲਾ ਟੌਪਿਕ ਹੈ CSS ਸਿਲੈਕਟਰਸ ਕੀ ਹੁੰਦੇ ਨੇ। HTML ਦੇ ਅਸੀਂ ਕਿਹੜੇ ਟੈਗ ਨੂੰ ਕੀ ਸਟਾਈਲ ਦੇਣਾ ਹੈ ਉਸ ਨੂੰ ਸਿਲੈਕਟ ਕਰਨ ਲਈ ਅਸੀਂ CSS ਸਿਲੈਕਟਰਸ ਦੀ ਵਰਤੋਂ ਕਰਦੇ ਹਾਂ। ਉਦਾਹਰਨ ਤੌਰ ਤੇ ਅਸੀਂ ਹੁਣੇ ਜਿਵੇਂ ਗੱਲ ਕੀਤੀ ਕਿ ਅਸੀਂ ਹੈਡਿੰਗ ਟੈਗ ਦੀ ਪ੍ਰੋਪਰਟੀ ਨੂੰ ਚੇਂਜ ਕਰਨਾ ਚਾਹੁੰਦੇ ਹਾਂ ਕਿ ਹੈਡਿੰਗ ਟੈਗ ਦਾ ਜੋ ਵੀ ਟੈਕਸਟ ਹੈ ਉਸ ਦੀ ਜੋ ਕਲਰ ਪ੍ਰੋਪਰਟੀ ਹੈ ਉਸ ਦਾ ਕਲਰ ਬਲੂ ਆਵੇ ਤਾਂ ਸਾਡਾ ਸਿਲੈਕਟਰ ਕੀ ਹੋਏਗਾ H1। ਅਗਰ ਅਸੀਂ ਟੇਬਲ ਟੈਗ ਦੀ ਪ੍ਰੋਪਰਟੀ ਨੂੰ ਚੇਂਜ ਕਰਨਾ ਚਾਹੁੰਦੇ ਹਾਂ ਕਿ ਉਸਦੀ ਜੋ ਟੈਕਸਟ ਦੀ ਕਲਰਸ ਹੈ ਜਾਂ ਉਸਦਾ ਸਾਈਜ਼ ਹੈ ਉਸਦੀ ਵਿਡਥ ਹੈ ਜਾਂ ਉਸਦੀ ਹਾਈਟ ਹੈ ਤਾਂ ਤੁਹਾਡਾ ਜੋ ਸਿਲੈਕਟਰ ਹੋਏਗਾ ਉਹ ਕੀ ਹੋਏਗਾ ਟੇਬਲ ਟੈਗ। ਯਾਨੀ ਕਿ ਸਿਲੈਕਟਰ ਤੋਂ ਭਾਵ ਤੁਸੀਂ ਜਿਸ ਟੈਗ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਉਸ ਨੂੰ ਅਸੀਂ ਸਿਲੈਕਟਰ ਬੋਲਦੇ ਹਾਂ। ਅਗਲਾ ਟੌਪਿਕ ਹੈ CSS ਪ੍ਰੋਪਰਟੀਜ਼ ਕੀ ਹੁੰਦੀਆਂ ਹਨ। HTML ਦੇ ਵਿੱਚ ਤੁਸੀਂ ਕਈ ਪ੍ਰਕਾਰ ਦੇ ਐਲੀਮੈਂਟਸ ਯੂਜ਼ ਕਰਦੇ ਹੋ ਉਦਾਹਰਨ ਤੌਰ ਤੇ ਪਿਕਚਰਸ ਤੁਸੀਂ ਐਡ ਕਰਦੇ ਹੋ ਸਿੰਪਲ ਟੈਕਸਟ ਨੂੰ ਯੂਜ਼ ਕਰਦੇ ਹੋ ਟੇਬਲਸ ਐਡ ਕਰਦੇ ਹੋ ਅਤੇ ਹੋਰ ਵੀ ਕਾਫੀ ਤਰ੍ਹਾਂ ਦੇ ਐਲੀਮੈਂਟਸ ਨੇ ਕਾਫੀ ਤਰ੍ਹਾਂ ਦੀ ਇਨਫੋਰਮੇਸ਼ਨ ਹੈ ਜੋ ਤੁਸੀਂ ਆਪਣੇ ਵੈਬ ਪੇਜ ਉੱਤੇ ਐਡ ਕਰਦੇ ਹੋ। CSS ਪ੍ਰੋਪਰਟੀ ਤੋਂ ਭਾਵ ਕਿ ਜਿੰਨੇ ਵੀ ਐਲੀਮੈਂਟਸ ਨੇ ਉਹਨਾਂ ਦੀ ਤੁਸੀਂ ਕਿਸ ਪ੍ਰੋਪਰਟੀ ਨੂੰ ਚੇਂਜ ਕਰ ਸਕਦੇ ਹੋ। ਉਦਾਹਰਨ ਦੇ ਤੌਰ ਤੇ ਅਸੀਂ ਅਗਰ ਟੈਕਸਟ ਪ੍ਰੋਪਰਟੀਜ਼ ਦੀ ਗੱਲ ਕਰਦੇ ਹਾਂ ਤਾਂ ਟੈਕਸਟ ਪ੍ਰੋਪਰਟੀਜ਼ ਦੇ ਵਿੱਚ ਟੈਕਸਟ ਦਾ ਤੁਸੀਂ ਕਲਰ ਚੇਂਜ ਕਰ ਸਕਦੇ ਹੋ। ਜਿਵੇਂ ਅਸੀਂ ਪਿੱਛੇ ਪੜ੍ਹਿਆ H1 ਟੈਗ ਦੇ ਵਿੱਚ ਤੁਸੀਂ ਟੈਕਸਟ ਦਾ ਕਲਰ ਚੇਂਜ ਕਰ ਰਹੇ ਹੋ। ਟੈਕਸਟ ਦੀ ਤੁਸੀਂ ਲਾਈਨ ਦੀ ਹਾਈਟ ਨੂੰ ਚੇਂਜ ਕਰ ਲਓ। ਤੁਸੀਂ ਸਟਾਈਲ ਟੈਗ ਦੀ ਵਰਤੋਂ ਕਰਕੇ ਟੈਕਸਟ ਦੇ ਜੋ ਲੈਟਰਸ ਨੇ ਉਹਨਾਂ 'ਚ ਸਪੇਸ ਨੂੰ ਐਡ ਕਰ ਸਕਦੇ ਹੋ। ਟੈਕਸਟ ਦੀ ਅਲਾਈਨਮੈਂਟ ਚੇਂਜ ਕਰ ਸਕਦੇ ਹੋ ਅਤੇ ਟੈਕਸਟ ਨਾਲ ਹੋਰ ਵੀ ਜਿੰਨੀ ਤਰ੍ਹਾਂ ਦੇ ਕੰਮ ਹੁੰਦੇ ਨੇ ਤੁਸੀਂ ਉਹ ਕੰਮ ਕਰ ਸਕਦੇ ਹੋ। ਅੱਗੇ ਲਿਸਟ ਨੇ ਤੁਸੀਂ HTML ਵਿੱਚ ਕਈ ਪ੍ਰਕਾਰ ਦੀਆਂ ਲਿਸਟ ਯੂਜ਼ ਕਰਦੇ ਹੋ ਉਹਨਾਂ ਦਾ ਲਿਸਟ ਦਾ ਸਟਾਈਲ ਜਾਂ ਹੋਰ ਵੀ ਲਿਸਟ ਦੀਆਂ ਜਿੰਨੀਆਂ ਵੀ ਪ੍ਰੋਪਰਟੀਜ਼ ਨੇ ਜਿਵੇਂ ਲਿਸਟ ਦਾ ਸਟਾਈਲ ਇਮੇਜ ਜਾਂ ਲਿਸਟ ਦੀ ਜੋ ਪੋਜੀਸ਼ਨ ਹੈ ਇਸ ਨੂੰ ਸਾਰੀ ਨੂੰ ਤੁਸੀਂ ਚੇਂਜ ਕਰ ਸਕਦੇ ਹੋ CSS ਪ੍ਰੋਪਰਟੀਜ਼ ਦੀ ਮਦਦ ਦੇ ਨਾਲ। ਉਸੇ ਤਰ੍ਹਾਂ ਤੁਸੀਂ ਵੱਖ-ਵੱਖ ਤਰ੍ਹਾਂ ਦੇ ਬਾਰਡਰਸ ਜਿਹੜੇ ਨੇ ਉਹ ਯੂਜ਼ ਕਰ ਸਕਦੇ ਹੋ ਉਹਨਾਂ ਦੀ ਪ੍ਰੋਪਰਟੀਜ਼ ਨੂੰ ਚੇਂਜ ਕਰ ਸਕਦੇ ਹੋ। ਜਿਵੇਂ ਬਾਰਡਰ ਦੀ ਸਿੰਪਲ ਬਾਰਡਰ ਦੀ ਪ੍ਰੋਪਰਟੀ ਹੁੰਦੀ ਹੈ ਉਸਦਾ ਬਾਟਮ ਉਸਦਾ ਕਲਰ ਕੀ ਹੋਵੇ ਉਸਦਾ ਸਟਾਈਲ ਕੀ ਹੋਵੇ ਉਸਦੀ ਵਿਡਥ ਕਿੰਨੀ ਹੋਵੇ ਲੈਫਟ ਤੋਂ ਰਾਈਟ ਤੋਂ ਟੌਪ ਤੋਂ ਬਾਟਮ ਤੋਂ ਕਿਸ ਤਰ੍ਹਾਂ ਦਾ ਹੋਵੇ। ਲੈਫਟ ਤੇ ਤੁਸੀਂ ਕੋਈ ਹੋਰ ਕਲਰ ਯੂਜ਼ ਕਰ ਰਹੇ ਹੋ ਰਾਈਟ ਤੇ ਤੁਸੀਂ ਕਲਰ ਚੇਂਜ ਕੀਤਾ ਹੈ ਟੌਪ ਤੇ ਤੁਹਾਡਾ ਕੋਈ ਹੋਰ ਕਲਰ ਹੈ ਜਾਂ ਬਾਟਮ ਤੇ ਕੋਈ ਹੋਰ ਕਲਰ ਹੈ ਤੁਸੀਂ ਇਹਨਾਂ ਨੂੰ ਵੀ CSS ਪ੍ਰੋਪਰਟੀਜ਼ ਦੀ ਮਦਦ ਦੇ ਨਾਲ ਚੇਂਜ ਕਰ ਸਕਦੇ ਹੋ। ਹੋਰ ਤੁਸੀਂ ਵੱਖ-ਵੱਖ ਜੋ ਤੁਹਾਡੇ ਟੈਕਸਟ ਨੇ ਉਹਨਾਂ ਦੀ ਫੌਂਟ ਨੂੰ ਚੇਂਜ ਕਰ ਸਕਦੇ ਹੋ। ਸੋ ਪਿਆਰੇ ਵਿਦਿਆਰਥੀਓ ਇਹ ਸੀ ਤੁਹਾਡੇ ਚੈਪਟਰ ਨੰਬਰ ਦੇ ਟੌਪਿਕਸ ਜਿਨ੍ਹਾਂ ਦੇ ਵਿੱਚ ਅਸੀਂ ਗੱਲ ਕੀਤੀ ਕਿ HTML ਲੈਂਗੁਏਜ ਕੀ ਹੁੰਦੀ ਹੈ ਕਿਸੇ ਵੀ ਵੈਬਸਾਈਟ ਦੀ ਜੋ ਡਿਜ਼ਾਈਨਿੰਗ ਹੈ ਉਸ ਨੂੰ ਅਸੀਂ ਵਧੀਆ ਕਿੱਦਾਂ ਕਰ ਸਕਦੇ ਹਾਂ ਕਿਸੇ ਸਾਈਟ ਨੂੰ ਤਿਆਰ ਕਰਨ ਦੇ ਜੋ ਵੱਖ-ਵੱਖ ਸਟੈਪ ਨੇ ਉਹ ਕੀ ਹੁੰਦੇ ਨੇ ਅਤੇ ਉਸ ਦੇ ਨਾਲ ਕਾਸਕੇਡਿੰਗ ਸਟਾਈਲ ਸ਼ੀਟਸ ਬਾਰੇ ਅਸੀਂ ਗੱਲ ਕੀਤੀ ਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇਗੀ। ਅਗਰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਵੀਡੀਓਜ਼ ਅਸੀਂ ਅਪਲੋਡ ਕਰਾਂਗੇ ਉਹਨਾਂ ਦੇ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲ ਸਕਣ ਅਤੇ ਤੁਸੀਂ ਆਪਣੀ ਸਟੱਡੀ ਨੂੰ ਆਨਲਾਈਨ ਜਾਰੀ ਰੱਖ ਸਕੋ। ਸੋ ਵੀਡੀਓ ਨੂੰ ਦੇਖਣ ਲਈ ਇੱਕ ਵਾਰ ਫਿਰ ਤੋਂ ਤੁਹਾਡਾ ਧੰਨਵਾਦ।